ਆਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਬਪੂਤ। ਖਿੰਥਾ ਕਾਲ ਕੁਵਾਰੀ ਕਾਇਆ, ਜੂਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੇ ਜਗ ਜੀਤਾ। ਆਦੇਸ ਤਿਸੇ ਆਦੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਜਿਹੜੀ ਆਪਾਂ ਜਪਜੀ ਸਾਹਿਬ ਦੀ ਕਥਾ ਆਰੰਭ ਕੀਤੀ ਹੋਈ ਆ, ਤੇ ਕੱਲ ਆਪਾਂ ਇੱਕ ਪੌੜੀ ਨੂੰ ਲਿਆ ਹੈ ਕਿ ਮੁੰਦਾ ਸੰਦੋਖ ਸ਼ਰਮ ਪਤ ਝੋਲੀ। ਗੁਰੂ ਨਾਨਕ ਸਾਹਿਬ ਆਪਣੇ ਮਤ ਦੀ ਗੱਲ ਕਰਦੇ ਨੇ ਤੇ ਜੋਗੀ ਆਪਣੇ ਮਤ ਦੀ ਗੱਲ ਕਰਦੇ ਨੇ। ਉਹ ਆਪਾਂ ਵਾਰਤਾਲਾਪ ਕੱਲ ਜਿਹੜੀ ਆਪਾਂ ਕੀਤੀ ਸੀ। ਗੁਰੂ ਨਾਨਕ ਸਾਹਿਬ ਨੇ ਆਪਣਾ ਇੱਕ ਨਾਨਕ ਨਿਰਮਲ ਪੰਥ ਚਲਾਇਆ, ਮਾਰਿਆ ਸਿੱਕਾ ਜਗਤ ਵਿੱਚ। ਨਾਨਕ ਨਿਰਮਲ ਪੰਥ ਚਲਾਇਆ। ਜੋਗੀਆਂ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਬੈਠੇ ਹੋਏ ਨੇ ਤੇ ਗਿਆਨ ਚਰਚਾ ਕਰ ਰਹੇ ਨੇ। ਉਹ ਕਹਿੰਦੇ ਨੇ ਕਿ ਤੁਸੀਂ ਜੋਗੀ ਬਣ ਜਾਓ ਤੇ ਇਨ ਬਿਦ ਮਨ ਸਮਝਾਈਏ, ਪੁਰਖਾ ਬੌੜ ਚੋਟ ਨਾ ਖਾਈਏ। ਜਦੋਂ ਕੋਈ ਜੋਗੀ ਬਣ ਜਾਂਦਾ ਹੈ ਤੇ ਫਿਰ ਉਹ ਮਨ ਦੀਆਂ ਚੋਟਾਂ ਤੋਂ ਬਚ ਜਾਂਦਾ ਹੈ, ਕਿਉਂਕਿ ਮਨ ਚੋਟਾਂ ਮਾਰਦਾ ਹੈ। ਜਿੱਦਾਂ ਸਰੀਰ ਨੂੰ ਭੁੱਖ ਲੱਗੀ ਹੋਵੇ ਨਾ, ਤੇ ਸਰੀਰ ਦੁਖੀ ਕਰਦਾ ਹੈ। ਜੇ ਭੁੱਖ ਲੱਗੀ ਹੋਵੇ ਤੇ ਭੁੱਖ ਕਿੰਨਾ ਤੰਗ ਕਰਦੀ ਹੈ ਸਾਨੂੰ। ਜੇ ਪਿਆਸ ਲੱਗੀ ਹੋਵੇ ਤੇ ਪਿਆਸ ਕਿੰਨਾ ਤੰਗ ਕਰਦੀ ਹੈ ਸਾਨੂੰ। ਜੇ ਪੇਟ ਨੂੰ ਭੁੱਖ ਲੱਗੀ ਹੋਵੇ ਤੇ ਪੇਟ ਤੰਗ ਕਰਦਾ ਹੈ। ਜੇ ਮਨ ਨੂੰ ਭੁੱਖ ਲੱਗੀ ਹੋਵੇ ਤੇ ਮਨ ਤੰਗ ਕਰਦਾ ਹੈ। ਜੇ ਸਰੀਰ ਨੂੰ ਪਿਆਸ ਲੱਗੀ ਹੋਵੇ ਤਾਂ ਸਰੀਰ ਤੰਗ ਕਰਦਾ ਹੈ। ਜੇ ਮਨ ਨੂੰ ਪਿਆਸ ਲੱਗੀ ਹੋਵੇ ਤਾਂ ਮਨ ਤੰਗ ਕਰਦਾ ਹੈ। ਫਰੀਦਾ ਇਹ ਤਨ ਭੌਂਕਣਾ, ਕੱਲਾ ਮਨ ਨਹੀਂ ਭੌਂਕਦਾ, ਤਨ ਵੀ ਭੌਂਕਦਾ ਹੈ। ਕੱਲਾ ਮਨ ਨਹੀਂ ਸਾਨੂੰ ਦੁਖੀ ਕਰਦਾ, ਤਨ ਵੀ ਦੁਖੀ ਕਰਦਾ ਹੈ। ਤੇ ਜੋਗੀ ਕਹਿੰਦੇ ਜੇ ਤੁਸੀਂ ਇਨ ਬਿਦ ਮਨ ਸਮਝਾਈਏ, ਪੁਰਖਾ ਬੌੜ ਚੋਟ ਨਾ ਖਾਈਏ। ਇਹ ਮਨ ਦੀਆਂ ਚੋਟਾਂ ਤੋਂ ਤੁਸੀਂ ਬਚ ਜਾਓਗੇ ਜੇ ਤੁਸੀਂ ਜੋਗ ਮਤ ਧਾਰਨ ਕਰ ਲਓ ਤਾਂ। ਇਸ ਤੋਂ ਪਹਿਲਾਂ ਵੀ ਇੱਕ ਉਹਨਾਂ ਨੇ ਕਿਹਾ ਸੀ ਵੀ ਅਸੀਂ ਗੁਰੂ ਨੂੰ ਮੰਨਦੇ ਹਾਂ ਤੇ ਗੁਰੂ ਸਾਡਾ ਗੋਰਖ ਵਾ। ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ। ਸਭ ਕਹਿੰਦੇ ਮੈਂ ਉਸ ਗੁਰੂ ਨੂੰ ਮੰਨਦਾ ਵਾਂ ਜਿਹੜਾ ਥਾਪਿਆ ਨਾ ਜਾਏ। ਕਿਉਂ ਨਹੀਂ ਥਾਪਿਆ ਜਾ ਸਕਦਾ? ਕੀਤਾ ਨਾ ਹੋਏ। ਜਿਹੜਾ ਗੁਰੂ ਜੰਮਦਾ ਹੈ ਉਹ ਗੁਰੂ ਮਰ ਜਾਂਦਾ ਹੈ। ਤੇ ਮੈਂ ਉਸ ਗੁਰੂ ਨੂੰ ਮੰਨਦਾ ਹਾਂ ਜਿਹੜਾ ਜੰਮਿਆ ਨਹੀਂ ਹੈ। ਨਾਨਕ ਜੀਵਦਾ ਪੁਰਖ ਧਿਆਇਆ, ਅਮਰਾ ਪਦ ਹੋਈ।
ਜਿਹੜੇ ਜੰਮਣ ਵਾਲੇ ਗੁਰੂਆਂ ਨੂੰ ਮੰਨਣਗੇ ਉਹ ਗੁਰੂ ਵੀ ਮਰ ਜਾਣਗੇ, ਚੇਲਿਆਂ ਤੇ ਮਰਨਾ ਹੀ ਹੁੰਦਾ ਹੈ। जोगी गोरख गोरख करे, हिंदू राम नाम उच्चरे, मुसलमान का एक खुदाए, कबीर का स्वामी रहा समाए। ਗੁਰਮੁਖ ਰਿਹਾ ਸਮਾਈ, ਅਸੀਂ ਉਸ ਨੂੰ ਮੰਨਦੇ ਹਾਂ ਜੋ ਸਮਾਇਆ ਹੋਇਆ ਵਾ। ਇੱਥੇ ਗੁਰਮੁਖ ਦਾ ਮਤਲਬ ਸ਼੍ਰੋਮਣੀ ਗੁਰੂ ਕੌਣ ਹੈ? ਉਹ ਸਮਾਇਆ ਹੋਇਆ ਗੁਰੂ ਹੈ, ਉਹ ਦਿਖਦਾ ਗੁਰੂ ਨਹੀਂ ਆ। ਜਦੋਂ ਸਿੱਧ ਸਵਾਲ ਕਰਦੇ ਨੇ ਕਿ ਕਵਣ ਮੂਲ, ਇਸ ਸੰਸਾਰ ਦੀ ਉਤਪਤੀ ਕਿਸ ਤਰ੍ਹਾਂ ਹੋਈ ਹੈ? ਸਾਹਿਬ ਕਹਿੰਦੇ ਪਵਨ ਆਰੰਭ, ਇਸ ਸੰਸਾਰ ਦੀ ਆਰੰਭਤਾ ਹਵਾ ਤੋਂ ਹੋਈ ਹੈ। ਪਵਨ ਆਰੰਭ, ਸਾਜੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤਿਰ ਪਵਨ ਸਾਜਿਆ, ਘਟ ਘਟ ਜੋਤ ਸਮੋਏ। ਕਵਣ ਮੂਲ, ਕਵਣ ਮਤ ਵੇਲਾ। ਸਾਹਿਬ ਕਹਿੰਦੇ ਪਵਨ ਆਰੰਭ ਸਤਿਗੁਰ ਮਤ ਵੇਲਾ, ਤੁਸੀਂ ਆਪਣੀ ਮਤ ਨੂੰ ਯੋਗ ਸਾਧਨਾ ਵਿੱਚ ਲਾਇਆ ਹੋਇਆ ਵਾ ਤੇ ਯੋਗ ਸਾਧਨਾ ਪਏ ਕਰਦੇ ਹੋ। ਸਾਹਿਬ ਕਹਿੰਦੇ ਇਹ ਕਲਯੁਗ ਦਾ ਸਮਾਂ ਹੈ, ਹੁਣ ਸਮਾਂ ਹੈ ਮਤ ਨੂੰ ਗੁਰੂ ਵਿੱਚ ਲਾਈਏ। ਪਵਨ ਆਰੰਭ ਸਤਿਗੁਰ ਮਤ ਵੇਲਾ, ਤੇਰਾ ਕਵਣ ਗੁਰੂ। ਤੁਸੀਂ ਗੁਰੂ ਕਿਸ ਨੂੰ ਮੰਨਦੇ ਹੋ? ਅੱਜ ਪਤਾ ਨਹੀਂ ਕਿੰਨੇ ਗੁਰੂ ਨੇ ਆਪਣੇ ਇਸ ਧਰਤੀ ਉੱਤੇ, ਤੇ ਵੱਖ-ਵੱਖ ਲੋਕੀ ਗੁਰੂਆਂ ਨੂੰ ਮੰਨਦੇ ਨੇ। ਸਾਹਿਬ ਕਹਿਣ ਲੱਗੇ ਤੇਰਾ, ਕਹਿਣ ਲੱਗੇ ਕਵਣ ਗੁਰੂ। ਸਾਹਿਬ ਕਹਿਣ ਲੱਗੇ ਸ਼ਬਦ ਗੁਰੂ, ਸੁਰਤ ਧੁਨ ਚੇਲਾ। ਸਰੀਰ ਨਾ ਕਦੀ ਗੁਰੂ ਚੇਲਾ ਹੁੰਦਾ, ਚੇਲਾ ਤੇ ਸਰੀਰ ਤਾਂ ਸੜ ਜਾਣਾ ਹੈ, ਸਰੀਰ ਤਾਂ ਗਲ ਜਾਣਾ ਹੈ, ਸਰੀਰ ਤਾਂ ਛੁੱਟ ਜਾਣਾ ਹੈ। ਸਾਹਿਬ ਕਹਿੰਦੇ ਸ਼ਬਦ ਗੁਰੂ ਆ, ਤੇ ਜਿਹੜੀ ਸਾਡੀ ਸੁਰਤ ਵਾ ਉਹ ਚੇਲਾ ਵਾ। ਤੇ ਤੁਸੀਂ ਕਿਸ ਦੀ ਪੂਜਾ ਕਰਦੇ ਹੋ? ਤੁਸੀਂ ਕਿਸ ਨੂੰ ਗੁਰੂ ਮੰਨਦੇ ਹੋ? ਗੁਰ ਈਸ਼ਰ, ਗੁਰ ਗੋਰਖ ਬ੍ਰਹਮਾ, ਗੁਰ ਪਾਰਬਤੀ ਮਾਈ। ਤੁਸੀਂ ਤੇ ਇਹਨਾਂ ਨੂੰ ਗੁਰੂ ਮੰਨ ਕੇ ਬੈਠੇ ਹੋਏ ਹੋ। ਤੇ ਸਾਡਾ ਗੁਰੂ ਕੌਣ ਹੈ? ਥਾਪਿਆ ਨਾ ਜਾਏ ਕਿਉਂ, ਕੀਤਾ ਨਾ ਹੋਏ। ਭਗਤ ਰਾਮਾਨੰਦ ਜੀ ਕਹਿੰਦੇ ਨੇ ਕਿ ਜਦੋਂ ਮੈਂ ਲੋਕਾਂ ਨੂੰ ਵੇਖਿਆ ਕਿ ਉਹ ਧਰਮ ਮੰਦਰਾਂ 'ਚ ਜਾਂਦੇ ਨੇ ਤੇ ਧਰਮ ਮੰਦਰਾਂ 'ਚ ਜਾ ਕੇ ਪੂਜਾ ਕਰਦੇ ਨੇ, ਗੁਰੂਆਂ ਦੀ ਪੂਜਾ ਕਰਦੇ ਨੇ, ਮੂਰਤੀਆਂ ਦੀ। ਤੇ ਗੁਰੂ ਜਿਹੜੇ ਉਹ ਧਰਮ ਮੰਦਰਾਂ 'ਚ ਬੈਠੇ ਹੋਏ ਨੇ ਤੇ ਲੋਕੀ ਉਹਨਾਂ ਨੂੰ ਜਾ ਕੇ ਪੂਜਦੇ ਨੇ, ਜਿਸ ਤਰ੍ਹਾਂ ਹੁਣ ਦੇਹਧਾਰੀ ਗੁਰੂ ਡੇਰਿਆਂ 'ਚ ਬੈਠੇ ਹੋਏ ਨੇ। ਤੇ ਭਗਤ ਰਾਮਾਨੰਦ ਜੀ ਕਹਿੰਦੇ ਮੇਰੇ ਮਨ ਵਿੱਚ ਇਹ ਚਾਹ ਪੈਦਾ ਹੋਇਆ ਕਿ ਮੈਂ ਵੀ ਆਪਣੇ ਗੁਰੂ ਨੂੰ ਜਾ ਕੇ ਮੰਨਾਂ। ਏਕ ਦਿਵਸ ਮਨ ਭਈ ਉਮੰਗ, ਮੇਰੇ ਮਨ ਵਿੱਚ ਵੀ ਇੱਕ ਫੁਰਨ ਆਇਆ ਕਿ ਮੈਂ ਵੀ ਗੁਰੂ ਨੂੰ ਮੰਨਾਂ, ਜਾ ਕੇ ਮੈਂ ਵੀ ਗੁਰੂ ਦੀ ਪੂਜਾ ਕਰਾਂ। ਤੇ ਕਸ ਚੰਦਨ ਚੋਵਾ ਬਹੁਤ ਸੁਗੰਧ। ਕਹਿਣ ਲੱਗੇ ਜਿੱਦਾਂ ਗੁਰੂ ਜਾ ਕੇ, ਬਾਕੀ ਲੋਕ ਜਾ ਕੇ ਮੰਦਰਾਂ 'ਚ ਪੂਜਾ ਕਰਦੇ ਨੇ ਗੁਰੂਆਂ ਦੀ, ਠਾਕਰਾਂ ਦੀ, ਦੇਵੀ ਦੇਵਤਿਆਂ ਦੀ, ਮੈਂ ਵੀ ਸੋਚਿਆ ਮੈਂ ਵੀ ਪੂਜਾ ਕਰਾਂ। ਏਕ ਦਿਵਸ ਮਨ ਭਈ ਉਮੰਗ, ਕਸ ਚੋਵਾ ਚੰਦਨ ਬਹੁਤ ਸੁਗੰਧ। ਮੈਂ ਥਾਲੀ ਵਿੱਚ ਚੰਦਨ ਰੱਖ ਲਿਆ, ਸੁਗੰਧੀਆਂ ਰੱਖ ਲਿਆ, ਕਿਉਂਕਿ ਪੂਜਾ ਕਰਨੀ ਹੈ। ਕਸ ਚੰਦਨ ਚੋਵਾ ਬਹੁਤ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ। ਮੈਂ ਤੁਰ ਪਈ ਮੰਦਰ ਨੂੰ, ਧਰਮ ਸਥਾਨ ਨੂੰ, ਕਿ ਮੈਂ ਪੂਜਾ ਕਰਾਂ। ਪਰ ਗੁਰ ਬ੍ਰਹਮ ਬਤਾਇਓ ਮਨ ਹੀ ਮਾਏ। ਗੁਰੂ ਨੇ ਆਖਿਆ ਵੀ ਨਹੀਂ ਨਹੀਂ ਨਹੀਂ, ਬਾਹਰ ਪੂਜਾ ਤਾਂ ਕਰਨੀ ਨਹੀਂ ਹੈ।
ਗੁਰਾਂ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਏਕ ਦਿਵਸ ਮਨ ਪਈ ਉਮੰਗ, ਕਸ ਚੰਦਨ ਚੋਵਾ ਬਹੁਤ ਸੁਗੰਧ, ਪੂਜਨ ਚਾਲੀ। ਤੇ ਗੁਰੂ ਨੇ ਆਖਿਆ ਨਹੀਂ ਨਹੀਂ, ਥਾਪਿਆ ਨਾ ਜਾਏ। ਪੂਜਨ ਚਾਲੀ ਬ੍ਰਹਮ ਠਾਏ, ਸੋ ਗੁਰ ਬ੍ਰਹਮ ਬਤਾਇਓ ਮਨ ਹੀ ਮਾਏ। ਮੇਰੇ ਗੁਰੂ ਨੇ ਆਖਿਆ ਤੂੰ ਉਸ ਦੀ ਪੂਜਾ ਕਰ ਜੋ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਸ ਦੀ ਪੂਜਾ ਕਰ। ਤੇ ਗੁਰਾਂ ਇੱਕ ਦੇ ਬੁਝਾਈ। ਗੁਰੂ ਕੋ ਕੀ ਮਿਲਦਾ ਹੈ? ਅੱਜ ਗੁਰੂ ਨਾਲ ਵੀ ਲੋਕੀ ਮਖੌਲ ਪਏ ਕਰਦੇ ਨੇ। ਅੱਜ ਗੁਰਪੁਰਬ ਤੇ ਮਨਾਉਂਦੇ ਨੇ, ਗੁਰੂ ਨੂੰ ਨਹੀਂ ਮੰਨਦੇ। ਇਹ ਨੌਜਵਾਨ ਜਿਹੜੇ ਸੜਕਾਂ ਤੇ ਲੰਗਰ ਲਾ ਕੇ ਬੈਠੇ ਨੇ, ਗੁਰਦੁਆਰਿਆਂ 'ਚ ਨਹੀਂ ਵੜਦੇ, ਇਹ ਨਿਤਨੇਮ ਨਹੀਂ ਕਰਦੇ, ਬਾਣੀ ਨਹੀਂ ਪੜ੍ਹਦੇ, ਕੱਖ ਵੀ ਨਹੀਂ ਕਰਦੇ। ਇਹ ਤਾਂ ਇਹਨਾਂ ਨੂੰ ਕੀ ਅਧਿਕਾਰ ਹੈ ਗੁਰਪੁਰਬ ਮਨਾਉਣ ਦਾ, ਜਿਹੜੇ ਗੁਰੂ ਨੂੰ ਜਪਦੇ ਹੀ ਨਹੀਂ, ਗੁਰਦੁਆਰੇ ਵੜਦੇ ਹੀ ਨਹੀਂ, ਨਿਤਨੇਮ ਕਰਦੇ ਹੀ ਨਹੀਂ। ਸੇਵਾ ਗੁਰਦੁਆਰੇ 'ਚ ਹੁੰਦੀ ਕਿ ਸੇਵਾ ਕੋਈ ਸੜਕਾਂ ਤੇ ਹੁੰਦੀ ਜਿਹੜੀ ਕਰਦੇ ਨੇ ਨੌਜਵਾਨ? ਸੇਵਾ ਗੁਰੂ ਦੀ ਗੁਰਦੁਆਰੇ ਹੋਣੀ ਹੈ, ਗੁਰਦੁਆਰੇ ਤਾਂ ਵੜਦੇ ਹੀ ਨਹੀਂ, ਸੜਕਾਂ ਤੇ ਪਤਾ ਨਹੀਂ ਕਿਹਦੀ ਸੇਵਾ ਕਰਨ ਲੱਗ ਪਏ ਨੇ ਨੌਜਵਾਨ। ਕਿਉਂ ਕਰਾਏ ਪੈ ਗਈ ਦੀ ਸਾਡੀ ਨੌਜਵਾਨ ਪੀੜ੍ਹੀ? ਇਹਦੇ ਜ਼ਿੰਮੇਵਾਰ ਸਾਡੇ ਧਾਰਮਿਕ ਵਿਅਕਤੀ ਨੇ, ਉਹਨਾਂ ਨੇ ਇਹਨਾਂ ਨੂੰ ਰੋੜਿਆ ਨਹੀਂ। ਕਿਉਂ? ਉਹ ਤੇ ਆਪ ਪੈਸਾ ਇਕੱਠਾ ਕਰਨ ਦੇ ਲੱਗ ਗਏ ਧਾਰਮਿਕ ਲੋਕ ਵੀ। ਮੂਰਖ ਪੰਡਤ ਹਿਕਮਤ ਹੁਜਤ, ਸੰਜੇ ਕਰੇ ਪਿਆਰ। ਉਹ ਤੇ ਪੈਸੇ ਨਾਲ ਪਿਆਰ ਕਰਦੇ ਨੇ। ਉਹਨਾਂ ਤੇ ਪਲਾਟ ਬਣਾਉਣੇ ਨੇ ਲੁਧਿਆਣੇ, ਉਹ ਇਹਨਾਂ ਨੌਜਵਾਨ ਨੂੰ ਰੋਕ ਕੇ ਉਹਨਾਂ ਨੇ ਆਪਣੀ ਕਮਾਈ ਘਟਾਉਣੀ ਹੈ। ਜੇ ਵੱਡੀਆਂ ਵੱਡੀਆਂ ਸਟੇਜਾਂ ਤੇ ਬਹਿ ਕੇ ਧਾਰਮਿਕ ਵਿਅਕਤੀ ਕਹਿਣ ਉਹ ਨਾ ਸੜਕਾਂ ਤੇ ਬਰਬਾਦ ਹੋ, ਨਾ ਪੈਸਾ ਕੌਮ ਦਾ ਬਰਬਾਦ ਕਰੋ, ਨਾ ਫਜ਼ੂਲ ਦਾ ਲੰਗਰ ਲਾਓ, ਨਾ ਸਮਾਂ ਬਰਬਾਦ ਕਰੋ, ਕੀ ਕਰਦੇ ਹੋ ਤੁਸੀਂ? ਜੇ ਕਰਨਾ ਉਹ ਕਹਿਣ, ਹੋ ਸਕਦਾ ਕੁਝ ਨਾ ਕੁਝ ਕੋਈ ਫਰਕ ਪੈ ਜਾਏ, ਪਰ ਨਹੀਂ, ਉਹ ਕਹਿੰਦੇ ਹੀ ਨਹੀਂ ਹੈ। ਰੱਬ ਖੈਰ ਕਰੇ। ਮੂਰਖ ਪੰਡਤ, ਤੁਸੀਂ ਕਥਾ ਕਰਦੇ ਹੋ ਤੇ ਕਥਾ ਦਾ ਤੁਸੀਂ 31,000 ਰੁਪਇਆ ਲੈਂਦੇ ਹੋ ਘੰਟੇ ਦਾ। ਪਿੰਦਰਪਾਲ ਵਰਗੇ ਲੱਖ ਰੁਪਇਆ ਵੀ ਇੱਕ ਘੰਟੇ ਦਾ ਲੈਂਦੇ ਨੇ। ਤੇ ਜਿਹਨੇ 1 ਲੱਖ ਰੋਜ਼ ਦਾ ਲੱਖ ਰੁਪਇਆ ਕਮਾਉਣਾ, ਉਹ ਤੁਹਾਨੂੰ ਸੱਚ ਦੱਸ ਕੇ ਉਹਨਾਂ ਨੇ ਆਪਣੀ ਕਮਾਈ ਨੂੰ ਘਟਾਉਣਾ ਹੈ। ਤੁਸੀਂ ਹੋ ਬਰਬਾਦ ਸੜਕਾਂ ਤੇ, ਤੁਸੀਂ ਹੋ ਖੁਆਰ ਸੜਕਾਂ ਤੇ, ਫਿਰ ਕੀ ਆ? ਸਾਡੀ ਤਾਂ ਕਮਾਈ ਚੱਲੀ ਜਾਂਦੀ ਆ। ਮਾਰ ਕਹਿੰਦੇ ਨਾ 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 ਨਾ, ਗੁਰਾਂ ਇੱਕ ਦੇ ਬੁਝਾਈ। ਗੁਰੂ ਨੇ ਤੁਹਾਨੂੰ ਹੋੜ ਦੇਣਾ ਹੈ, ਗੁਰੂ ਨੇ ਤੁਹਾਨੂੰ ਸਮਝਾ ਦੇਣਾ ਹੈ। ਲਹਿਣੇ ਨੂੰ ਸਮਝਾਤਾ ਸੀ, ਲਹਿਣਾ ਮੁੜ ਕੇ ਦੇਵੀ ਦੇ ਨਹੀਂ ਗਿਆ। ਗੁਰੂ ਨੇ ਸਮਝਾ ਦਿੱਤਾ ਸੀ, ਗੁਰੂ ਅਮਰਦਾਸ ਮੁੜ ਕੇ ਗੰਗਾ ਨਹੀਂ ਸੀ ਗਏ। ਤੇ ਭਗਤ ਰਾਮਾਨੰਦ ਜੀ ਕਹਿੰਦੇ, ਮੈਂ ਵੀ ਸੋਚਿਆ ਵੀ ਜਿਹੜੇ ਲੋਕੀ ਮੰਦਰਾਂ 'ਚ ਜਾ ਕੇ ਪੂਜਾ ਕਰਦੇ ਨੇ, ਦੇਵੀ ਦੇਵਤੇ ਜਾਂ ਹੋਰ ਕੋਈ ਸਥਾਪਨ ਕੀਤੇ ਨੇ ਗੁਰੂ ਦੀ, ਤੇ ਮੈਂ ਵੀ ਪੂਜਾ ਕਰਾਂ। ਕਿਉਂਕਿ ਬੰਦਾ ਆਲੇ ਦੁਆਲੇ ਦੇ ਮਾਹੌਲ ਤੋਂ ਬੜਾ ਪ੍ਰਭਾਵਿਤ ਹੁੰਦਾ ਹੈ। ਸਾਹਿਬ ਕਹਿਣ ਲੱਗੇ, ਗੁਰੂ ਨੇ ਆਖਿਆ ਨਾ 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 ਨਾ, ਗੁਰ ਬ੍ਰਹਮ ਬਤਾਇਓ ਸੋ ਮਨ ਹੀ ਮਾਏ। ਜਿਸ ਦੀ ਤੂੰ ਪੂਜਾ ਕਰਨੀ ਆ ਉਹ ਤੇਰੇ ਮਨ ਵਿੱਚ ਵਸਦਾ ਹੈ। ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ। ਤੂੰ ਪੂਜਾ ਕਰਨ ਤਾਂ ਉੱਥੇ ਜਾ, ਜੇ ਇੱਥੇ ਨਾ ਹੋਵੇ। ਜਿਹੜਾ ਇੱਥੇ ਵੀ ਆ ਉਹ ਥਾਪਿਆ ਨਾ ਜਾਏ। ਉਹ ਤੇ ਸਰਬ ਵਿਆਪਕ ਵਾ। ਜਿਹੜਾ ਅਸੀਂ ਦੇਹਧਾਰੀ ਗੁਰੂਆਂ ਨੇ ਜਿਹੜੀਆਂ ਤੁਕਾਂ ਬਾਣੀ ਚ ਲੱਭੀਆਂ ਨਾ, ਕਿ ਸ਼ਰਨ ਭਰੇ ਗੁਰਦੇਵ ਤੁਮਾਰੀ, ਤੁਮ ਸਮਰੱਥ ਅਕਥ ਪਾਰੀ, ਤੇਰੇ ਚੋਜ ਨਾ ਜਾਣੇ ਕੋਈ, ਤੂੰ ਆਪਣਾ ਕੀਆ ਸਭ ਆਪਣਾ ਕੀਆ ਕਮਾਤਾ ਹੈ। ਜਿਹੜੇ ਦੇਹਧਾਰੀ ਗੁਰੂਆਂ ਨੇ ਮਾਰੂ ਰਾਗ ਦੇ ਸ਼ਬਦ ਲੱਭੇ ਨੇ ਨਾ, ਉਹਦੇ ਚ ਗੁਰੂ ਦੀ ਵਡਿਆਈ ਆ। ਉਹ ਵਡਿਆਈ ਗੁਰੂ ਨਾਨਕ ਸਾਹਿਬ ਨੇ ਰੱਬ ਨੂੰ ਗੁਰੂ ਜਾਣ ਕੇ, ਰੱਬ ਵਾ ਗੁਰੂ,
ਆਦਿ ਏਕੇ ਅਵਤਾਰਾ। ਸੋਈ ਗੁਰੂ, ਉਹ ਤੇ ਰੱਬ ਨੂੰ ਗੁਰੂ ਜਾਣ ਕੇ ਵਡਿਆਈ ਕੀਤੀ, ਤੇ ਇਹ ਦੇਹਧਾਰੀ ਹੁਣ ਆਪਣੀਆਂ ਵਡਿਆਈਆਂ ਚੋਂ ਹੀ ਤੁਕਾਂ ਪੜੀ ਜਾਂਦੇ ਨੇ। ਪ੍ਰਤੱਖ ਗੁਰੂ ਨਿਸਤਾਰੇ। ਲੋ, ਰੱਬ ਖੈਰ ਕਰੇ। ਉਹ ਕਹਿੰਦੇ ਤੁਸੀਂ ਜੋਗੀ ਬਣੋ ਤੇ ਜੋਗਿੰਦਰਾ ਬਣਾ ਦੇਂਗੇ, ਅਸੀਂ ਤੁਹਾਨੂੰ ਮੁਖੀ ਬਣਾ ਦੇਵਾਂਗੇ। ਤੇ ਕੀ ਕਰਾਂਗੇ, ਕੀ ਕਰੋਗੇ? ਮੁੰਦਾ ਸੰਤੋਖ ਸ਼ਰਮ ਪਤ ਚੋਲੀ ਮਾਰ। ਕਹਿੰਦੇ ਅਸੀਂ ਪਹਿਲੋਂ ਜੋਗੀ ਬਣੇ ਹੋਏ ਆ। ਭਾਈ ਗੁਰਦਾਸ ਨੇ ਇੱਕ ਗੁਰਸਿੱਖ ਨੂੰ ਜੋਗੀ ਦੇ ਰੂਪ ਵਿੱਚ ਪ੍ਰਗਟ ਕੀਤਾ ਵੀ ਗੁਰਸਿੱਖ ਵੀ ਜੋਗੀ ਆ। ਜੋਗੀ ਦਾ ਮਤਲਬ ਰੱਬ ਨਾਲ ਜੁੜਿਆ ਹੋਇਆ। ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਸਿੱਖ ਜੋਗੀ ਜਾਗਦੇ। ਗੁਰੂ ਕੇ ਸਿੱਖ ਜੋਗੀ ਨੇ, ਮਤਲਬ ਰੱਬ ਨਾਲ ਜੁੜੇ ਹੋਏ ਨੇ ਗੁਰੂ ਕੇ ਸਿੱਖ। ਉਹ ਲੰਗਰਾਂ ਨਾਲ ਜੁੜੇ ਹੋਏ ਨਹੀਂ ਹੈ, ਉਹ ਸੜਕਾਂ ਤੇ ਨਹੀਂ ਬਰਬਾਦ ਹੋ ਰਹੇ, ਉਹ ਧੱਕੇ ਨਹੀਂ ਖਾ ਰਹੇ ਸੜਕਾਂ ਦੇ ਉੱਤੇ। ਉਹ ਗੁਰੂ ਕੇ ਸਿੱਖ ਜੁੜੇ ਹੋਏ ਨੇ ਗੁਰੂ ਨਾਲ। ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ। ਉਹ ਸੰਸਾਰ ਤੋਂ, ਪਰਿਵਾਰ ਤੋਂ ਉਪਰਾਮ ਹੋ ਗਏ ਨੇ ਤੇ ਮਾਨੋ ਗੁਰੂ ਕੇ ਸਿੱਖ ਉਦਾਸੀ ਬਣ ਗਏ ਨੇ। ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ। ਕੰਨੀ ਮੁੰਦਰਾਂ, ਉਹਨਾਂ ਦੇ ਗੁਰਸਿੱਖਾਂ ਦੇ ਕੰਨਾਂ ਵਿੱਚ ਮੁੰਦਰਾਂ ਹੁੰਦੀਆਂ ਨੇ। ਕਿਹੜੀਆਂ? ਕੰਨੀ ਮੁੰਦਰਾਂ ਮੰਤਰ ਗੁਰ। ਜਿਹੜਾ ਮੂਲ ਮੰਤਰ ਵਾ ਨਾ ਸਾਡਾ, ਇਹ ਗੁਰਸਿੱਖ ਦੀਆਂ ਕੰਨਾਂ ਦੀਆਂ ਮੁੰਦਰਾਂ ਨੇ। ਮਾਨੋ ਗੁਰਸਿੱਖ ਜੋਗੀ ਆ ਤੇ ਜੋਗੀ ਦੇ ਕੋਲ ਮੁੰਦਰਾਂ ਹੁੰਦੀਆਂ ਨੇ। ਤੇ ਭਾਈ ਗੁਰਦਾਸ ਜੀ ਕਹਿੰਦੇ ਕੰਨੀ ਮੁੰਦਰਾਂ ਮੰਤਰ ਗੁਰ। ਮੈਨੂੰ ਕਈ ਕਹਿੰਦੇ ਬਾਬਾ ਜੀ ਥੋੜੀ ਸਾਖੀਆਂ ਲਾਇਆ ਕਰੋ। ਉਹ ਮੈਂ ਸਾਖੀਆਂ ਵਾਲੇ ਬੜੇ ਹੈਗੇ ਨੇ, ਸੁਣ ਲਿਆ ਕਰੋ। ਨੈਟ ਤੇ ਬੜੀਆਂ ਸਾਖੀਆਂ ਸੁਣਾਉਣ ਵਾਲੇ ਬੈਠੇ ਹੋਏ ਨੇ। ਤੇ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ ਵਾ, ਤੇ ਉਹ ਤੇ ਕਰਦੇ ਹੀ ਨਹੀਂ ਹੈ। ਉਹ ਜਿਹੜਾ ਲੁਧਿਆਣੇ ਵਾਲਾ ਇੱਕ ਪ੍ਰਚਾਰਕ ਆ, ਮੈਂ ਇੰਗਲੈਂਡ ਗਿਆ, ਉੱਥੇ ਦਰਬਾਰ ਸਾਹਿਬ ਦੀ ਫੋਟੋ ਲੱਗੀ, ਬੀਬੀ ਥੱਲੇ ਬੈਠੀ, ਧੂਪਾਂ ਟਕਾਈਆਂ ਹੀ ਵੇ, ਏਦਾਂ ਦੀ ਗੱਲਾਂ ਕਰਦੇ। ਤੇ ਸ਼ਬਦ ਨੂੰ ਕੌਣ ਵਿਚਾਰੇਗਾ? ਇਹਦਾ ਵੱਡਾ ਕੀਮਤੀ ਖਜ਼ਾਨਾ ਤੁਸੀਂ ਤੇ ਫੋਟੋ ਲੱਗੀ, ਥੱਲੇ ਧੂਪਾਂ ਰੱਖੀਆਂ, ਬੀਬੀ ਬੈਠੀ ਸੀ ਤੇ ਉਹ ਕੀਤਾ ਸੀ। ਇਹ ਕਿਉਂ ਗੱਲਾਂ ਕਰਦੇ ਨੇ? ਇੱਕ ਤੇ ਆਪਣੀ ਮਾਰਕੀਟ ਬਣਾਉਂਦੇ ਨੇ, ਇੱਕ ਪੈਸਾ ਕਮਾਉਂਦੇ ਨੇ। ਇਹਨਾਂ ਪੈਸਾ ਕਮਾਉਣਾ ਹੈ ਤੇ ਸ਼ਬਦ ਨਾਲ ਸੰਗਤ ਵੀ ਸਹਿਮਤ ਨਹੀਂ ਹੈ। ਤੇ ਜਦੋਂ ਤੁਸੀਂ ਸਹਿਮਤ ਨਹੀਂ ਹੈ ਵੀ ਸ਼ਬਦ ਕੀ ਹੁੰਦਾ ਹੈ ਤੇ ਉਹਦੀ ਵਿਆਖਿਆ ਕੀ ਹੁੰਦੀ, ਫਿਰ ਉਹ ਵੀ ਨਹੀਂ ਕਰਦੇ। ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ। ਕੰਨੀ ਮੁੰਦਰਾਂ ਮੰਤਰ ਗੁਰ। ਜਿਹੜਾ ਗੁਰੂ ਦਾ ਮੰਤਰ ਹੈ ਨਾ, ਇਹ ਗੁਰਸਿੱਖਾਂ ਦੇ ਕੋਲ ਮੁੰਦਰਾਂ ਨੇ। ਮੂਲ ਮੰਤਰ ਮੁੰਦਰਾਂ ਪਾਈਆਂ ਹੋਈਆਂ ਨੇ। ਕੰਨੀ ਮੁੰਦਰਾਂ ਮੰਤਰ ਗੁਰ। ਸੰਤਾਂ ਧੂੜ ਬਭੂਤ ਸੁਲਾਸੀ। ਜੋਗੀ ਲੋਕ ਕੀ ਕਰਦੇ ਸੀ ਕਿ ਉਹ ਸਵਾਹ ਮਲਦੇ ਸੀ ਆਪਣੇ ਸਰੀਰ ਉੱਤੇ। ਚਲੋ ਸਰੀਰ ਨੂੰ ਤੇ ਫਾਇਦਾ ਹੋ ਸਕਦਾ ਸਵਾਹ ਮਲਣ ਦੇ ਨਾਲ, ਇੱਕ ਤੇ ਚਮੜੀ ਦਾ ਰੋਗ ਕੋਈ ਨਹੀਂ ਲੱਗਦਾ। ਜਿਹੜੀ ਗੋਹਿਆਂ ਦੀ ਸਵਾਹ ਵਾ ਨਾ, ਉਹ ਸਰੀਰ ਤੇ ਮਲੀ ਜਾਵੇ ਤੇ ਚਮੜੀ ਨੂੰ ਕੋਈ ਰੋਗ ਨਹੀਂ ਲੱਗਦਾ। ਉਦੋਂ ਪੱਖੇ ਤਾਦਕ ਹੁੰਦੇ ਨਹੀਂ ਤੇ ਇੱਕ ਸਵਾਹ ਮਲ ਕੇ ਜੋਗੀ ਬਹਿ ਜਾਂਦੇ, ਕੋਈ ਮੱਖੀ ਮੱਛਰ ਨਹੀਂ ਲੜਦਾ। ਇਹ ਜਿਹੜੇ ਪੁਰਾਣੇ ਸਮੇਂ 'ਚ ਜੋਗੀ ਧੂਏ ਦਿਖਾਉਂਦੇ ਸੀ ਨਾ, ਧੂਆਂ ਦਿਖਾਉਣ ਦਾ ਮਤਲਬ ਸੀ ਕਿ ਲੀੜਾ ਕੱਪੜਾ ਹੈ ਨਹੀਂਗਾ, ਠੰਡ ਤੋਂ ਵੀ ਬਚਿਆ ਜਾ ਸਕਦਾ ਸਿਆਲ ਦੇ ਵਿੱਚ, ਤੇ ਗਰਮੀਆਂ ਦੇ ਵਿੱਚ ਮੱਖੀ ਮੱਛਰ ਤੋਂ ਬਚਣ ਵਾਸਤੇ, ਕੀੜੇ ਕਮੋੜੇ ਤੋਂ ਬਚਣ ਵਾਸਤੇ ਜੋਗੀ ਧੂਆਂ ਦਿਖਾ ਲੈਂਦੇ ਸਨ। ਇਹ ਉਹਨਾਂ ਦੀ ਲੋੜ ਸੀ, ਕੋਈ ਕਰਮਕਾਂਡ ਨਹੀਂ ਸੀ। ਹੁਣ ਕਰਮਕਾਂਡ ਬਣਿਆ ਹੋਇਆ ਵਾ। ਭਾਈ ਗੁਰਦਾਸ ਜੀ ਕਹਿੰਦੇ ਕੰਨੀ ਮੁੰਦਰਾਂ ਮੰਤਰ ਗੁਰ। ਮੂਲ ਮੰਤਰ ਗੁਰ ਸਿੱਖਾਂ ਦੀਆਂ ਮੁੰਦਰਾਂ ਨੇ। ਸੰਤਾਂ ਧੂੜ ਬਭੂਤ ਸੁਲਾਸੀ। ਸਾਰ ਸੰਗ ਦੀ ਜਿਹੜੀ ਧੂੜ ਵਾ, ਸਾਡੇ ਵਾਸਤੇ ਜੋਗੀਆਂ ਵਾਲੀ ਸੁਭਾਅ ਵਾ। ਖਿੰਥਾ ਖਿਮਾ,
ਉਹ ਕਹਿਣ ਲੱਗੇ ਸੀ, ਮੁੰਦਾ ਸੰਤੋਖ ਸ਼ਰਮ ਪਦ ਝੋਲੀ, ਧਿਆਨ ਕੀ ਕਰੇ ਬਪੂਤ ਖਿੰਥਾ। ਸਾਹਿਬ ਕਹਿੰਦੇ ਖਿੰਥਾ ਸਾਡੇ ਕੋ ਹੈ, ਝੋਲੀ ਸਾਡੇ ਕੋ ਹੈ। ਭਾਈ ਗੁਰਦਾਸ ਖਿੰਥਾ ਖਿਮਾ ਹੰਡਾਵਣੀ, ਅੰਦਰ ਖਿਮਾ ਇਹ ਮਾਨੋ ਗੁਰਸਿੱਖਾਂ ਦੀ ਝੋਲੀ ਹੈ, ਜੋ ਕਿ ਝੋਲੀ ਰੱਖਦੇ ਨੇ। ਤੇ ਗੁਰਸਿੱਖ ਦੇ ਕੋਲ ਕਿਹੜੀ ਝੋਲੀ ਹੋਣੀ ਚਾਹੀਦੀ ਹੈ? ਖਿੰਥਾ ਖਿਮਾ ਹੰਡਾਵਣੀ। ਪ੍ਰੇਮ ਪੱਤਰ ਉਹ ਇੱਕ ਕੋਲ ਲੋਟਾ ਜਿਹਾ ਰੱਖਦੇ ਨੇ। ਮਾਰ ਕਹਿੰਦੇ ਗੁਰਸਿੱਖ ਨੇ ਕਿਹੜਾ ਲੋਟਾ ਰੱਖਣਾ? ਪ੍ਰੇਮ ਦਾ। ਪ੍ਰੇਮ ਪੱਤਰ ਭਾਉ ਭੁਗਤ ਬਲਾਸੀ। ਅੱਗੇ ਚੱਲ ਕੇ ਆਉਣਾ ਨਾ, ਭੁਗਤ ਗਿਆਨ। ਜੋਗੀ ਲੋਕ ਕੀ ਕਰਦੇ ਸੀ? ਚੂਰਮਾ ਬਣਾਉਂਦੇ ਸੀ ਤੇ ਚੂਰਮਾ ਖਾਂਦੇ ਸੀ ਤੇ ਚੂਰਮਾ ਵੰਡਦੇ ਸਨ। ਤੇ ਸਾਹਿਬ ਕਹਿੰਦੇ ਭੁਗਤ ਗਿਆਨ। ਜਿਹੜਾ ਸਰੀਰ ਦੀ ਖੁਰਾਕ ਖਾਂਦਾ ਹੈ ਉਹ ਤਕੜਾ ਹੋ ਜਾਂਦਾ, ਜਿਹੜਾ ਮਨ ਦੀ ਖੁਰਾਕ ਖਾਂਦਾ ਹੈ ਉਹਦਾ ਮਨ ਬਲਵਾਨ ਹੋ ਜਾਂਦਾ ਹੈ। ਤੇ ਮਨ ਦੀ ਖੁਰਾਕ ਤਾਂ ਗਿਆਨ ਵਾ। ਮਨ ਦੀ ਖੁਰਾਕ ਤਾਂ ਕੇਵਲ ਨਾਮ ਹੈ, ਸਿਮਰਨ ਹੈ, ਆਸਾ ਦੀ ਵਾਰ ਹੈ। ਮਨ ਦੀ ਖੁਰਾਕ ਹੈ। ਮਨ ਕਾ ਤੋਸਾ ਹਰ ਨਾਮ ਹੈ, ਗੁਰਮੁਖ ਲਿਓ ਸੰਭਾਲ। ਜਿਹੜਾ ਸਰੀਰਕ ਖੁਰਾਕ ਨਹੀਂ ਖਾਂਦਾ ਉਹ ਸਰੀਰ ਕਰਕੇ ਕਮਜ਼ੋਰ ਹੋ ਜਾਂਦਾ ਹੈ। ਤੇ ਜਿਹੜਾ ਬੰਦਾ ਮਨ ਦੀ ਖੁਰਾਕ ਨਹੀਂ ਖਾਂਦਾ ਉਹਦਾ ਮਨ ਕਮਜ਼ੋਰ ਹੋ ਜਾਂਦਾ ਹੈ ਤੇ ਮਨ ਨੂੰ ਭੈੜੀਆਂ ਆਦਤਾਂ ਲੱਗ ਜਾਂਦੀਆਂ ਨੇ। ਤੇ ਜੇ ਸਰੀਰ ਦੀ ਖੁਰਾਕ ਨਾ ਖਾਧੀ ਜਾਏ ਤੇ ਸਰੀਰ ਨੂੰ ਬਿਮਾਰੀਆਂ ਲੱਗ ਜਾਂਦੀਆਂ, ਕਮਜ਼ੋਰ ਪੈ ਜਾਂਦਾ ਹੈ। ਸਾਹਿਬ ਕਹਿੰਦੇ ਭੁਗਤ ਗਿਆਨ। ਸਾਡੇ ਕੋਲ ਭੁਗਤ ਹੈ, ਚੂਰਨ ਹੈ। ਕਿਸ ਦਾ? ਗਿਆਨ ਦਾ। ਅੱਜ ਸਾਡੀ ਕੌਮ ਗਿਆਨ ਦਾ ਭੋਜਨ ਨਹੀਂ ਖਾਂਦੀ, ਤਾਈਓ ਦੀ ਸੜਕਾਂ ਤੇ ਚੁੱਲ੍ਹੇ ਪੁੱਟ ਕੇ ਬੈਠੀ ਹੋਈ ਹੈ। ਜੇ ਅੱਜ ਦਾ ਨੌਜਵਾਨ ਗਿਆਨ ਨਾਲ ਜੁੜਿਆ ਹੋਵੇ ਤੇ ਆਸਾ ਦੀ ਵਾਰ ਬਹਿ ਕੇ ਗੁਰਦੁਆਰੇ ਕਰਦਾ ਹੋਵੇ ਤੇ ਇਹਨੂੰ ਕੀ ਲੋੜ ਪੈ ਗਈ ਸੜਕਾਂ ਤੇ ਬਰਬਾਦ ਹੋਣ ਦੀ? ਇਹ ਬਰਬਾਦ ਤਾਂ ਹੀ ਲੋਕ ਹੋਏ ਨੇ, ਇਹਨਾਂ ਦੀ ਆਸਾ ਦੀ ਵਾਰ ਛੱਡੀ ਹੋਈ ਇਹਨਾਂ ਲੋਕਾਂ ਨੇ। ਗੁਰੂ ਕਾ ਪਿਆਰਾ ਸਿੱਖ ਸੀ ਤੇ ਗੁਰੂ ਦਾ ਦਵਾਰਾ ਛੱਡ ਕੇ ਤੇ ਪਕੌੜਿਆਂ ਦੇ ਪਿੱਛੇ ਪੈ ਗਿਆ। ਸੜਕਾਂ ਤੇ ਪਕੌੜੇ ਕੱਢਦਾ ਹੈ ਤਾਂ ਹੁਣ। ਤੇ ਆਸਾ ਦੀ ਵਾਰ ਕੌਣ ਗੁਰਦੁਆਰੇ ਲਾਊਗਾ? ਤੁਸੀਂ ਤੇ ਚੁੱਲ੍ਹੇ ਪੁੱਟ ਕੇ ਸੜਕਾਂ ਤੇ ਬੈਠੇ ਹੋ ਤੇ ਲੰਗਰ ਲਾਏ ਹੋਇਆ। ਤੇ ਗੁਰਦੁਆਰੇ ਆਸਾ ਦੀ ਵਾਰ ਦਾ ਹੁਕਮ ਸੀ ਸਾਨੂੰ ਕਿ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਆਸਾ ਦੀ ਵਾਰ ਲਾਓ ਸਿੱਖੋ ਗੁਰਦੁਆਰੇ ਬੈਠ ਕੇ। ਇਹ ਤੁਹਾਡਾ ਖੁਰਾਕ ਆ ਤੁਹਾਡੀ। ਭੁਗਤ ਗਿਆਨ ਦਇਆ ਭੰਡਾਰਨ। ਦਇਆ, ਇਹ ਦਇਆ ਸ਼ਬਦ ਬਾਣੀ ਵਿੱਚ 3 ਵਾਰੀ ਆਉਂਦਾ ਹੈ। ਧੌਲ ਧਰਮ। ਧੌਲ ਧਰਮ। ਧਰਮ ਕਿੱਥੇ ਟਿਕਦਾ ਹੈ? ਦਇਆ ਉੱਤੇ। ਜਿਸ ਬੰਦੇ ਦੇ ਕੋਲ ਦਇਆ ਨਹੀਂ ਹੈ ਉੱਥੇ ਧਰਮ ਨਹੀਂ ਹੋ ਸਕਦਾ। ਦਇਆ ਬਿਨਾ ਸਿੱਧ ਕਸਾਈ। 3 ਵਾਰੀ ਦਇਆ ਸ਼ਬਦ ਜਪਜੀ ਸਾਹਿਬ ਚ ਆਉਂਦਾ ਹੈ। ਧੌਲ ਧਰਮ ਦਇਆ ਕਾ ਪੂਤ। ਮਾਂ ਤੋਂ ਬਿਨਾ ਪੁੱਤ ਲੱਭਦੇ ਫਿਰਦੇ ਹੋ, ਮਾਂ ਤੋਂ ਬਿਨਾ ਪੁੱਤ ਲੱਭਣਾ ਹੀ ਨਹੀਂ ਹੈ। ਇਹ ਲੰਗਰ ਲਾ ਕੇ ਕੁਛ ਤੁਸੀਂ ਆਪਣੇ ਜ਼ਿੰਦਗੀ 'ਚ ਕਰਨਾ ਚਾਹੁੰਦਾ, ਇਦਾਂ ਤਾਂ ਕੁਛ ਹੋਣਾ ਹੀ ਨਹੀਂ ਹੈ। ਲਾਈ ਜੋ ਹੋਈ ਜੋ ਬਰਬਾਦ, ਕੁੱਖ ਵੀ ਨਹੀਂ ਹੋਣਾ ਇਸ ਤਰ੍ਹਾਂ ਦਾ। ਪਹਿਲਾਂ ਤੇ ਇਹ ਆਉਂਦਾ ਹੈ ਭੁਗਤ ਗਿਆਨ, ਦਇਆ ਭੰਡਾਰਨ, ਤੀਰਥ ਤਪ ਦਇਆ ਦਤ ਦਾਨ। ਜੇ ਕੋ ਪਾਵੇ ਤਿਲ ਕਾ ਮਾਨ। ਮਾਰ ਕਹਿੰਦੇ ਤੀਰਥ ਤਪ, ਕੋਈ ਤੀਰਥਾਂ ਤੇ ਜਾਵੇ ਤਾਂ ਕੋਈ ਤਪੱਸਿਆ ਕਰੇ, ਕੋਈ ਰੱਬ ਦਾ ਨਾਮ ਜਪੇ। ਤੀਰਥ ਤਪ ਦਇਆ। ਤੇ ਜਿਹੜਾ ਦਇਆਵਾਨ ਬੰਦਾ ਹੁੰਦਾ ਹੈ ਉਹ ਦਾਨੀ ਹੁੰਦਾ ਹੈ। ਦਇਆਵਾਨ ਖਿਮਾ ਕਰ ਦਿੰਦਾ ਹੈ। ਉਹ ਝਗੜਿਆਂ ਵਾਲੇ ਰਾਹ ਨਹੀਂ ਪੈਂਦਾ। ਜਿਦ ਕੋ ਦਇਆ ਹੋਵੇ ਨਾ ਉਹ ਝਗੜਾ ਨਹੀਂ ਜ਼ਿੰਦਗੀ 'ਚ ਕਰ ਸਕਦਾ। ਉਹਦੀ ਨਿਸ਼ਾਨੀ ਹੋਵੇਗੀ।
ਤੇ ਮਹਾਰਾਜ ਕਹਿੰਦੇ ਨੇ ਕਿ ਤੀਰਥ ਤਪ ਦਇਆ ਦਤ ਦਾਨ, ਦਇਆ ਦੇ ਵਸ ਹੋ ਕੇ ਬੰਦਾ ਦਾਨ ਦਿੰਦਾ ਹੈ ਤੇ ਜੇ ਕੋ ਪਾਵੇ ਤਿਲ ਕਾ ਮਾਨ। ਤੀਰਥਾਂ ਤੇ ਜਾ ਕੇ ਦਇਆ ਦੇ ਵਸ ਹੋ ਕੇ ਦਿੱਤਾ ਹੋਇਆ ਦਾਨ ਤੇ ਥੋੜਾ ਬਹੁਤਾ ਕੋਈ ਮਾਨ ਪ੍ਰਾਪਤ ਕਰ ਲੈਂਦਾ ਹੈ। ਜੇ ਕੋ ਪਾਵੇ ਤਿਲ ਕਾ ਮਾਨ। ਇੱਥੇ ਮਾਰ ਕਹਿੰਦੇ ਭੁਗਤ ਗਿਆਨ, ਸਾਡੇ ਕੋਲ ਚੂਰਮ ਹੈ ਗਿਆਨ ਦਾ। ਏਡਾ ਵੱਡਾ ਗਿਆਨ ਸਿੱਖ ਕੌਮ ਦੇ ਕੋਲ ਆ, ਕਿਸੇ ਕੌਮ ਦੇ ਕੋਲ ਨਹੀਂ ਹੈ। ਤੇ ਫੇਰ ਵੀ ਕੌਮ ਉਜਾੜੇ ਪਈ ਹੋਈ ਹੈ। ਗਿਆਨ ਨੂੰ ਛੱਡ ਛੱਡਿਆ ਇਸ ਕੌਮ ਨੇ। ਭੁਗਤ ਗਿਆਨ ਦਇਆ ਭੰਡਾਰਨ, ਜਿਹੜੀ ਸਾਡੇ ਅੰਦਰ ਦਇਆ, ਇਹ ਮਾਨੋ ਕੜਛੀ ਆ, ਇਸ ਨਾਲ ਅਸੀਂ ਇਹ ਗਿਆਨ ਵੰਡਦੇ ਆ। ਤੁਸੀਂ ਚੂਰਮ ਵੰਡਦੇ ਹੋ, ਤੁਸੀਂ ਸੜਕਾਂ ਤੇ ਲੰਗਰ ਲਾ ਕੇ ਵੰਡਦੇ ਹੋ। ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਗਿਆਨ ਵੰਡਦੇ ਆ, ਅਸੀਂ ਗਿਆਨ ਦਾ ਲੰਗਰ ਲਾਉਂਦੇ ਆ। ਸਾਡੇ ਕੋਲ ਗਿਆਨ ਹੈ ਤੇ ਬੰਦੇ ਕੋਲ ਜੋ ਕੁਝ ਹੋਏਗਾ ਉਹੀ ਵੰਡੇਗਾ। ਕਹਿੰਦੇ ਭੁਗਤ ਗਿਆਨ ਦਇਆ ਭੰਡਾਰਨ, ਦਇਆ ਰੂਪੀ ਸਾਡੇ ਕੋਲ ਕੜਛੀ ਆ ਤੇ ਗਿਆਨ ਰੂਪੀ ਸਾਡੇ ਕੋਲ ਖਜ਼ਾਨਾ ਵਾ। ਤੇ ਦਇਆਵਸ ਹੋ ਕੇ ਗੁਰੂ ਨਾਨਕ ਸਾਹਿਬ ਨੇ ਸਾਰੀ ਦੁਨੀਆ ਦਾ ਭਰਮਣ ਕਰਕੇ ਸਾਰੀ ਦੁਨੀਆ ਤੇ ਗਿਆਨ ਵੰਡਿਆ ਹੈ। ਇੱਕ ਗੱਲ ਨੂੰ ਬਾਬੇ ਜੀ ਦੀ ਲੈ ਕੇ ਬਹਿ ਗਏ ਕਿ ਬਾਬੇ ਨੇ ਇਹ ਲੰਗਰ ਲਾਇਆ ਸੀ, ਉਹੀ ਗੱਲ ਲੈ ਕੇ ਬਹਿ ਗਈ ਕੌਮ ਸਾਡੀ। ਤੇ ਲੰਗਰ ਸੜਕਾਂ ਤੇ ਨਹੀਂ ਬਾਬੇ ਨੇ ਲਾਇਆ, ਬਾਬੇ ਨੇ ਲੰਗਰ ਜੰਗਲ ਵਿੱਚ ਸਾਧੂਆਂ ਨੇ ਕੁੱਠੀਆਂ ਚ ਲਾਇਆ ਸੀ। ਤਪੱਸਿਆ ਕਰਨ ਵਾਲਿਆਂ ਨੂੰ ਲੰਗਰ ਛਕਾਇਆ ਸੀ, ਵੇਲੜਾਂ ਨੂੰ ਨਹੀਂ ਛਕਾਇਆ। ਇਹ ਲੰਗਰ ਵੇਲੜਾਂ ਵਾਸਤੇ ਨਹੀਂ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਖਿੰਧਾ ਕਿਮਾ ਹੰਡਾਵਣੀ ਪ੍ਰੇਮ ਪੱਤਰ, ਗੁਰਸਿੱਖ ਦੇ ਕੋਲ ਖੱਪਰ ਵਾ, ਉਹ ਪ੍ਰੇਮ ਦਾ ਖੱਪਰ ਆ। ਇਹ ਹਰ ਜਿਹਦੇ ਕੋ ਖੱਪਰ ਹੋਏਗਾ, ਜਿਹਦੇ ਪ੍ਰੇਮ ਰੂਪੀ ਖੱਪਰ ਹੋਏਗਾ, ਕੋਈ ਬੋਲ ਕਬੋਲ ਜੋ ਕਹੂਗਾ ਪਾਲੂਗਾ ਆਪਣੇ ਖੱਪਰ ਵਿੱਚ, ਸਹਾਰ ਲਊਗਾ। ਤੇ ਜਿਹਦੇ ਕੋ ਪ੍ਰੇਮ ਦਾ ਖੱਪਰ ਨਹੀਂ ਆ, ਛੋਟੀ ਜੀ ਗੱਲ ਪਿੱਛੇ ਝਗੜਾ ਕਰ ਬਹੇਗਾ। ਛੋਟੀਆਂ ਛੋਟੀਆਂ ਗੱਲਾਂ ਤੇ ਝਗੜਾ ਕਰਕੇ ਲੋਕੀ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਲੈਂਦੇ ਨੇ, ਜੇਲਾਂ ਕੱਟ ਲੈਂਦੇ ਨੇ, ਸਾਰੇ ਜ਼ਿੰਦਗੀ ਜੇਲਾਂ ਭੋਗਦੇ ਨੇ। ਕਿਉਂ? ਭੁਗਤ ਗਿਆਨ ਦਇਆ, ਦਇਆ ਸ਼ਬਦ 3 ਵਾਰੀ ਆਇਆ ਜਪਜੀ ਸਾਹਿਬ ਦੇ ਅੰਦਰ। ਭਾਉ ਭਗਤ ਕਰ ਭੁਗਤ ਸੁਬਾਸੀ, ਸ਼ਬਦ ਸੁਰਤ ਸਿੰਘੀ ਵਜੇ। ਤੁਸੀਂ ਬਾਹਰ ਸਿੰਘੇ ਵਜਾਉਂਦੇ ਹੋ ਤੇ ਗੁਰੂ ਕਾ ਸਿੱਖ ਜਿਹੜਾ ਜਪਜੀ ਸਾਹਿਬ ਪੜ੍ਹਨਾ, ਆਸਾ ਦੀ ਵਾਰ ਪੜ੍ਹਨੀ, ਮਾਨੋ ਇਹ ਸਿੰਘੀ ਵਜਾਉਣੀ ਆ। ਗੁਰਸਿੱਖ ਜੋਗੀ ਆ। ਸਾਹਿਬ ਕਹਿਣ ਲੱਗੇ ਮੈਂ ਵੀ ਜੋਗੀ ਆ ਤੇ ਮੈਂ ਆਪਣੇ ਸਿੱਖਾਂ ਨੂੰ ਜੋਗੀ ਬਣਾਇਆ ਹੋਇਆ ਵਾ। ਤੁਸੀਂ ਸਵਾਹ ਪਏ ਮਲਦੇ ਹੋ, ਤੁਸੀਂ ਮੁੰਦਰਾਂ ਪਏ ਪਾਉਂਦੇ ਹੋ, ਤੁਸੀਂ ਸਿੰਘੀਆਂ ਵਜਾਉਂਦੇ ਹੋ। ਸਾਹਿਬ ਕਹਿੰਦੇ ਸ਼ਬਦ ਸੁਰਤ ਸਿੰਘੀ ਵੱਜੇ, ਡੰਡਾ ਗਿਆਨ। ਜੋਗੀ ਲੋਕ ਡੰਡਾ ਰੱਖਦੇ ਸੀ। ਕੱਲ ਵੀ ਗੱਲ ਆਈ ਸੀ ਨਾ ਕਿ ਮੁੰਦਾ ਸੰਤੋਖ ਸ਼ਰਮ ਪਤ ਚੋਲੀ, ਧਿਆਨ ਕੀ ਕਰੇ ਬਪੂਤ, ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ। ਇਹ ਡੰਡਾ ਸ਼ਬਦ ਇੱਕ ਵਾਰੀ ਆਉਂਦਾ ਹੈ। ਪੁਰਾਣੇ ਸਾਧੂ ਮਹਾਤਮਾ ਲੋਕ ਡੰਡਾ ਕੋਲ ਰੱਖਦੇ ਸਨ। ਤੇ ਭਾਈ ਗੁਰਦਾਸ ਡੰਡਾ ਗਿਆਨ, ਡੰਡਾ ਗਿਆਨ ਧਿਆਨ ਗੁਰਦਾਸੀ। ਜਿਹੜਾ ਗਿਆਨ ਵਾ ਨਾ, ਜਪਜੀ ਸਾਹਿਬ ਦੀ ਕਥਾ ਗੁਰਸਿੱਖ ਦਾ ਡੰਡਾ ਵਾ। ਗੁਰਸਿੱਖ ਨੂੰ ਪਤਾ ਹੋਣਾ ਚਾਹੀਦਾ ਜਪਜੀ ਸਾਹਿਬ ਕਹਿੰਦੀ ਕੀ ਆ। ਬਸ ਸਵੇਰੇ 5 ਮਿੰਟ ਲਾ ਕੇ 7 ਮਿੰਟ ਲਾ ਕੇ ਗੁਰਦੁਆਰੇ ਦੇ ਭਾਈ ਨੇ ਵੀ ਪੜ੍ਹ ਲਿਆ ਤੇ ਸਿੱਖਾਂ ਨੇ ਵੀ ਪੜ੍ਹ ਲਿਆ ਤੇ ਕਹਿੰਦਾ ਹੀ ਕੀ ਆ ਜਪਜੀ ਸਾਹਿਬ, ਇਹ ਨਹੀਂ ਪਤਾ। ਨਾ ਨਾ ਨਾ, ਇਹ ਨਹੀਂ ਪਤਾ। ਆ ਵੇਖੋ ਹੁਣ ਜਿਹੜਾ ਅਸੀਂ ਅਰਥ ਕੀਤਾ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਤੇ ਅਰਥ ਮੈਨੂੰ ਵੀ ਨਹੀਂ ਪਤਾ ਇਹਦਾ। ਹੁਣ ਜਦੋਂ ਅਸੀਂ ਅਰਥ ਕਰਨ ਲੱਗੇ ਤੇ ਇਹਦਾ ਪਤਾ ਲੱਗ ਗਿਆ ਵੀ ਕੀ ਕਹਾਣੀ ਆ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਸਿੱਖ ਕਿਉਂ ਨਹੀਂ ਜੁੜ ਸਕਿਆ ਰੱਬ ਦੇ ਨਾਲ? ਇਹ ਬਾਣੀ ਨੂੰ ਨਹੀਂ ਸਮਝ ਸਕਿਆ। ਬਾਣੀ
ਦੀ ਜਿਹਨੂੰ ਸਮਝ ਵਾ ਬੰਦੇ ਨੂੰ, ਉਹ ਨਹੀਂ ਭਟਕੇਗਾ, ਉਹ ਨਹੀਂ ਧੱਕੇ ਖਾਏਗਾ ਬਾਬਿਆਂ ਦੇ ਡੇਰੇ ਤੇ, ਉਹ ਨਹੀਂ ਧੱਕੇ ਖਾਏਗਾ ਸੜਕਾਂ ਦੇ ਉੱਤੇ ਲੰਗਰ ਲਾ ਕੇ, ਉਹਨੂੰ ਲੋੜ ਹੀ ਕੋਈ ਨਹੀਂ ਹੈ। ਇਹ ਤੇ ਉਹ ਲੋਕ ਕਰਦੇ ਨੇ ਜੋ ਬਾਣੀ ਤੋਂ ਕੋਸਾਂ ਦੂਰ ਚਲ ਗਏ ਲੋਕ ਨੇ, ਤੇ ਜਿਨ੍ਹਾਂ ਦੇ ਕੋਲ ਕੇਵਲ ਵਿਖਾਵੇ ਮਾਤਰ ਧਰਮ ਆ, ਉਹ ਬੰਦੇ ਇਹ ਕੰਮ ਕਰਦੇ ਨੇ ਜਿਹੜਾ ਹੁਣ ਸੜਕਾਂ ਤੇ ਹੁੰਦੇ ਆ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸ਼ਬਦ ਸੁਰਤ ਸਿੰਘੀ ਵੱਜੇ, ਡੰਡਾ ਗਿਆਨ। ਸਿੱਖਾਂ ਤੇਰੇ ਕੋਲ ਡੰਡਾ ਹੋਣਾ ਚਾਹੀਦਾ ਹੈ। ਕੋਈ ਜਨਾ ਖਣਾ ਆਣ ਕੇ ਤੈਨੂੰ ਪ੍ਰਭਾਤ ਪਾ ਕੇ ਤੇ ਤੈਨੂੰ ਆਪਣੇ ਪਾਸੇ ਕਿਉਂ ਲੈ ਜਾਵੇ? ਤੇਰੇ ਕੋਲ ਡੰਡਾ ਹੋਵੇ ਤੂੰ ਵੱਟ ਕੇ ਮਾਰ ਉਹਦੇ ਡੰਡਾ ਗਿਆਨ ਦਾ। ਪਿੱਛੇ ਜੇ ਮੈਨੂੰ ਕਿਸੇ ਨੇ ਕਿਹਾ ਬਾਬਾ ਇਹ ਤੁਹਾਡੇ ਨਾਲ ਸਵਾਲ ਜਵਾਬ ਕਰਨ, ਮੈਂ ਕਰਕੇ ਤੇ ਵੇਖੋ ਫਿਰ ਕਿੱਦਾਂ ਡੰਡੇ ਵੱਜਦੇ ਗਿਆਨ ਦੇ। ਤੁਹਾਡੇ ਕੋਲ ਤਾਂ ਹੈ ਕੱਖ ਨਹੀਂ, ਤੁਹਾਂ ਮੇਰੇ ਨਾਲ ਸਵਾਲ ਜਵਾਬ ਕੀ ਕਰਨੇ ਨੇ? ਕਰਕੇ ਵੇਖੋ। ਮੈਂ ਕਿਹਾ ਵੇਖੀ ਕਿੱਦਾਂ ਗਿਆਨ ਦਾ ਡੰਡਾ ਫੇਰਦੇ ਤੁਹਾਨੂੰ ਅਸੀਂ। ਡੰਡਾ ਗਿਆਨ, ਡੰਡਾ ਕੋਲ ਹੋਵੇ ਤੇ ਕੁੱਤਾ ਬਿੱਲਾ ਕੋਲ ਆ ਜਾਵੇ। ਸਿੱਖ ਦੇ ਕੋਲ ਗਿਆਨ ਹੋਵੇ ਤੇ ਇਹ ਰਾਰਾ ਸੁਆਮੀ ਤੇ ਭਨਿਆਰੇ ਵਾਲੇ ਤੇ ਆਸੂਤੋਸ ਦੇ ਡੇਰੇ 'ਚ ਚਲ ਜੇ। ਇਹ ਕੋਈ ਡੰਡਾ ਹੀ ਨਹੀਂ ਸੀ। ਇਹ ਸਿੱਖ ਡੇਰਿਆਂ ਤੇ ਕਿਉਂ ਜਾ ਬੈਠਾ ਹੈ? ਇਹ ਕੋਈ ਡੰਡਾ ਹੀ ਨਹੀਂ ਸੀ, ਇਹ ਕੋਈ ਗਿਆਨ ਹੀ ਨਹੀਂ ਸੀ। ਡੰਡਾ ਗਿਆਨ ਧਿਆਨ ਗੁਰਦਾਸੀ। ਤੁਸੀਂ ਧਿਆਨ ਸਾਧਨਾ ਕਰਦੇ ਹੋ ਤੇ ਭਾਈ ਗੁਰਦਾਸ ਜੀ ਕਹਿੰਦੇ ਗੁਰਸਿੱਖ ਨੇ ਕਿਹੜੀ ਧਿਆਨ ਸਾਧਨਾ ਕਰਨੀ ਹੈ? ਗਿਆਨ ਡੰਡਾ ਗਿਆਨ ਧਿਆਨ ਗੁਰਦਾਸੀ। ਗੁਰੂ ਕਾ ਦਾਸ ਹੋ ਜਾਣਾ ਇਹ ਸਿੱਖਾਂ ਦਾ ਧਿਆਨ ਵਾ। ਗੁਰੂ ਨੂੰ ਸਮਰਪਿਤ ਹੋ ਜਾਣਾ ਇਹ ਸਿੱਖਾਂ ਦੀ ਧਿਆਨ ਸਾਧਨਾ ਵਾ। ਲੈਣੇ ਨੂੰ ਪੁੱਛਿਆ ਸੀ, ਗੁਰੂ ਅੰਗਦ ਸਾਹਿਬ ਨੂੰ ਪੁੱਛਿਆ ਸੀ ਕਿ ਤੁਸੀਂ ਕਿਸ ਤਰ੍ਹਾਂ ਪ੍ਰਵਾਨ ਹੋ ਗਏ ਗੁਰੂ ਨਾਨਕ ਦੇ ਦਰ ਤੇ? ਕਹਿਣ ਲੱਗੇ ਅਸੀਂ ਉਹਨੂੰ ਸਮਰਪਿਤ ਹੋ ਗਏ। ਉਹਨੇ ਆਖਿਆ ਲੈਣਿਆ ਬਾਕੀ ਤੁਰ ਗਏ, ਤੂੰ ਕਿਉਂ ਨਹੀਂ ਗਿਆ? ਤੇ ਅਸੀਂ ਕਿਹਾ ਸੀ ਜਿਨ੍ਹਾਂ ਦਾ ਕੋਈ ਹੁੰਦਾ ਤੁਰ ਜਾਂਦੇ ਨੇ, ਮੇਰਾ ਹੈ ਕੋਈ ਨਹੀਂ ਆ। ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ, ਤੂੰ ਕਿਉਂ ਨਾ ਮਰੀਜੇ ਰੋਏ। ਜਿਹਦਾ ਕਿਸੇ ਦਾ ਆਸਰਾ ਸੀ, ਜਿਹਦਾ ਕੋਈ ਘਰ-ਬਾਰ ਸੀ, ਉਹ ਤੁਰ ਗਿਆ। ਮੇਰਾ ਤੇ ਘਰ-ਬਾਰ ਹੀ ਤੂੰ ਆ। ਉਹਨਾਂ ਕਿਹਾ ਤੁਹਾਨੂੰ ਮੱਥਾ ਕਿਵੇਂ ਟੇਕਤਾ ਗੁਰੂ ਨਾਨਕ ਸਾਹਿਬ ਨੇ? ਜਿਸ ਗੁਰੂ ਨਾਨਕ ਸਾਹਿਬ ਨੇ ਵੱਡੇ ਵੱਡੇ ਜੋਗੀਆਂ ਨੂੰ ਕੰਨਾਂ ਤੋਂ ਫੜ ਕੇ ਘੁਮਾਇਆ ਹੋਵੇ ਤੇ ਲੈਣਿਆ ਤੇਰੇ ਅੱਗੇ ਮੱਥਾ ਉਹ ਕਿਵੇਂ ਟੇਕ ਗਏ? ਕਹਿਣ ਲੱਗੇ ਮੈਂ ਉਹਨੂੰ ਸਮਰਪਿਤ ਹੋ ਗਿਆ ਸਾਂ, ਮੈਂ ਉਹਦਾ ਹੋ ਗਿਆ ਸਾਂ, ਤਾਂ ਮੈਨੂੰ ਉਹਨੇ ਮੱਥਾ ਟੇਕਿਆ। ਸਾਹਿਬ ਕਹਿਣ ਲੱਗੇ ਮੁੰਦਾ ਸੰਤੋਖ। ਅਸੀਂ ਮੁੰਦਰਾਂ ਪਾਈਆਂ ਹੋਈਆਂ ਨੇ, ਕੱਚ ਦੀਆਂ ਨਹੀਂ, ਸੰਤੋਖ ਦੀਆਂ ਪਾਈਆਂ ਹੋਈਆਂ ਨੇ। ਤੇ ਜਿਹਦੇ ਕੋਲ ਸੰਤੋਖ ਨਹੀਂ ਹੈ ਉਹ ਧਰਮ ਨਹੀਂ ਕਮਾ ਸਕਦਾ। ਮੁੰਦਾ ਸੰਤੋਖ ਸ਼ਰਮ, ਮਿਹਨਤ ਮੁਸ਼ੱਕਤ ਕਰਨੀ ਸਾਡੇ ਕੋਲ ਝੋਲੀ ਹੈ। ਧਿਆਨ ਕੀ ਕਰੇ ਬਫੂਦਾ। ਤੁਸੀਂ ਗੋਇਆਂ ਦੀ ਸਵਾਹ ਮਲਦੇ ਹੋ, ਅਸੀਂ ਪੰਚਾਂ ਕਾ ਗੁਰ ਏਕ ਧਿਆਨ। ਅਸੀਂ ਇੱਕ ਰੱਬ ਨਾਲ ਧਿਆਨ ਲਾਉਣਾ, ਇਹ ਸਾਡੇ ਵਾਸਤੇ ਸਵਾਹ ਵਾ। ਤੇ ਬਾਰ-ਬਾਰ ਬਾਣੀ ਜਿਹੜੀ ਇੱਕ ਮੁਕੰਮਲ, ਮਾਫ ਕਰਨਾ, ਜਿਹੜਾ ਜਪਜੀ ਸਾਹਿਬ ਹੈ ਨਾ, ਇਹ ਇੱਕ ਮੁਕੰਮਲ ਬਾਣੀ ਆ। ਜ਼ਿੰਦਗੀ ਦੇ ਸਾਰੇ ਸਵਾਲ ਇੱਥੋਂ ਹੱਲ ਹੁੰਦੇ ਨੇ। ਧਿਆਨ ਕਿਸ ਤਰ੍ਹਾਂ ਜੁੜਦਾ ਹੈ? ਸਾਹਿਬ ਕਹਿੰਦੇ ਸੁਣਿਆ ਲਾਗੇ ਸਹਿਜ ਧਿਆਨ। ਤੂੰ ਜਪਜੀ ਸਾਹਿਬ ਦਾ ਪਾਠ ਸੁਣ, ਨਹੀਂ ਜੁੜਿਆ ਫਿਰ ਸੁਣ। ਜਿੰਨਾ ਚਿਰ ਜੁੜੇ ਨਾ ਜਪਜੀ ਸਾਹਿਬ ਸੁਣਨੋਂ ਬੰਦ ਨਾ ਹੋ। ਵੇਖੀ ਇੱਕ ਦਿਨ 'ਚ ਧਿਆਨ ਜੁੜ ਜਾਂਦਾ ਤਾਂ। ਮੈਂ ਉਦੋਂ ਵੀ ਕਿਹਾ ਸੀ ਇੱਕ ਜਪਜੀ ਨੇ ਧਿਆਨ ਨਹੀਂ ਜੋੜਨਾ, ਜਪਜੀ ਸਾਹਿਬ ਕਰਨੇ ਪੈਣੇ ਨੇ ਤਾਂ ਧਿਆਨ ਜੁੜਨਾ ਹੈ। ਸਾਹਿਬ ਕਹਿ ਲੱਗੇ ਕਿ ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਬਭੂਤ। ਅਸੀਂ ਅੰਮ੍ਰਿਤ ਵੇਲੇ ਪਰਮੇਸ਼ਰ ਦਾ ਧਿਆਨ ਧਰਦੇ ਹਾਂ, ਉਹਦਾ ਜਾਪ ਜਪਦੇ ਹਾਂ। ਇਹ ਸਾਡੇ ਵਾਸਤੇ ਗੋਇਆਂ ਦੀ ਸਵਾਹ ਵਾ। ਸਾਡੇ ਕੋਲ ਖਿੰਥਾ ਕਾਲ। ਤੁਸੀਂ ਕੱਪੜੇ ਪਾ ਕੇ ਝੋਲੀਆਂ ਫੜ ਕੇ ਜੋਗੀ ਬਣ ਗਏ ਹੋ। ਸਾਹਿਬ ਕਹਿੰਦੇ ਕਾਲ, ਮੌਤ ਨੂੰ ਚੇਤੇ ਕਰਨਾ।
ਇਹ ਸਾਡੇ ਕੋਲ ਝੋਲੀ ਹੈ। ਖਿੰਥਾ ਕਾਲ, ਇੱਥੇ ਵਿਸ਼ਰਾਮ ਦੇਣਾ। ਕੁਵਾਰੀ ਕਾਇਆ ਜੁਗਤਾ, ਇੱਥੇ ਗੱਲ ਆਪਾਂ ਕੱਲ ਛੱਡੀ ਸੀ। ਕੁਵਾਰੀ ਕਾਇਆ, ਇਹ ਸਰੀਰ ਨੂੰ ਕੋਰਾ ਰੱਖਣਾ ਹੈ। ਮੈਂ ਕੱਲ ਵੀ ਕੋਰੇ ਦੇ ਅਰਥ ਕੀਤੇ। ਜਿਸ ਚੀਜ਼ ਵਿੱਚ ਕੋਈ ਪੁਰਾਣੇ ਸਮੇਂ 'ਚ ਭਾਂਡੇ ਹੁੰਦੇ ਸੀ ਮਿੱਟੀ ਦੇ, ਤੇ ਜਿਹੜਾ ਭਾਂਡਾ ਲਾਇਆ ਨਹੀਂ ਜਾਂਦਾ ਉਹਨੂੰ ਕਹਿੰਦੇ ਕੋਰਾ ਭਾਂਡਾ ਵਾ। ਸਾਹਿਬ ਕਹਿੰਦੇ ਇਹ ਸਰੀਰ ਨੂੰ ਕੋਰਾ ਰੱਖਣਾ, ਕੁਵਾਰਾ ਰੱਖਣਾ ਹੈ। ਇਹ ਸਰੀਰ ਜਿਹੜਾ ਨਸ਼ਿਆਂ ਦਾ ਗੁਲਾਮ ਨਾ ਹੋ ਜੇ, ਆਦਤਾਂ ਦਾ ਆਦੀ ਨਾ ਹੋ ਜੇ, ਇਸ ਤੇ ਕੋਈ ਭੈੜੀਆਂ ਆਦਤਾਂ ਨਾ ਸਰੀਰ ਨੂੰ ਪੈ ਜਾਣ। ਕਈਆਂ ਨੂੰ ਖੁਰਕਣ ਦੀ ਆਦਤ ਪਈ ਹੁੰਦੀ ਆ, ਕਈ ਮੁੱਛਾਂ ਨੂੰ ਤਾ ਦੇਈ ਜਾਂਦੇ ਨੇ, ਕਈ ਸਿਰ 'ਚ ਖੁਰਕੀ ਜਾਂਦੇ ਨੇ। ਆਪੋ ਆਪਣੀ ਆਦਤਾਂ ਨੇ ਵੱਖੋ ਵੱਖਰੀਆਂ। ਸਾਹਿਬ ਕਹਿੰਦੇ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ, ਸਰੀਰ ਨੂੰ ਕੋਈ ਨਸ਼ਾ ਨਾ ਹੋਵੇ, ਇਹਨੂੰ ਕੋਰਾ ਰੱਖਣਾ ਹੈ, ਕੁਵਾਰਾ ਰੱਖਣਾ ਹੈ। ਇਸ ਨੂੰ ਇਹ ਜੋ ਸਾਡੇ ਕੋਲ ਜੁਗਤ ਵਾ। ਖਿੰਥਾ ਕਾ ਕੁਵਾਰੀ ਕਾਇਆ ਜੁਗਤ ਡੰਡਾ। ਖਿੰਥਾ ਕਾਲ ਕੁਵਾਰੀ ਕਾਇਆ ਜੁਗਤ, ਇਸ ਤਰ੍ਹਾਂ ਵਿਸ਼ਰਾਮ ਦੇਣਾ। ਕੁਵਾਰੀ ਕਾਇਆ, ਕੁਵਾਰੀ ਜਿਹਨਾਂ ਕੁਵਾਰੀ ਕੁੜੀ ਆ, ਕੁਵਾਰਾ ਮੁੰਡਾ ਹੈ। ਸਾਹਿਬ ਕਹਿੰਦੇ ਇਹ ਸਰੀਰ ਨੂੰ ਵੀ ਕੁਵਾਰਾ ਰੱਖ ਦੂੰ। ਇਹ ਨਾ ਤੇਰਾ ਨਸ਼ਾ ਕਿਤੇ, ਤੇਰਾ ਵਿਆਹ ਗੋਲੀਆਂ ਨਾ ਹੋ ਜੇ, ਤੇਰਾ ਵਿਆਹ ਭੰਗ ਨਾ ਹੋ ਜੇ, ਤੇਰਾ ਵਿਆਹ ਸ਼ਰਾਬ ਨਾ ਹੋ ਜੇ। ਉਹ ਕੱਲ ਵੀ ਕੋਈ ਨਿਹੰਗ ਸਿੰਘ ਕਹਿ ਰਹੇ ਸੀ, ਮੈਂ ਕਥਾ ਸੁਣ ਰਿਹਾ ਸੀ, ਤੇ ਕਹਿੰਦੇ ਬੱਚੇ ਨੂੰ ਬੂੰਦਾਂ ਪਿਆਈਆਂ ਜਾਂਦੀਆਂ, ਇਹਦੇ ਹੱਥ ਪੈਰ ਕਿਤੇ ਵਿੰਗੇ ਨਾ ਹੋ ਜਾਣ, ਪੋਲੀਓ ਨਾ ਹੋ ਜੇ, ਤੇ ਬੰਦੇ ਨੂੰ ਇੱਕ ਦੋ ਬੂੰਦ ਪਿਆਈ ਜਾਂਦੀ ਬੱਚੇ ਨੂੰ। ਤੇ ਕਹਿੰਦੇ ਕਿਸੇ ਬੱਚੇ ਨੇ ਉਹ ਸੀਸੀ ਫੜ ਲਈ ਜਿਹਦੇ ਰਾਹੀਂ ਬੂੰਦਾਂ ਪਿਆਈਆਂ ਜਾਂਦੀਆਂ ਬੱਚੇ ਨੂੰ। ਉਹ ਬੱਚੇ ਨੇ ਸੀਸੀ ਫੜ ਕੇ ਸਾਰੀ ਪੀ ਲਈ, ਤੇ ਉਹਦੇ ਹੱਥ ਪੈਰ ਵਿੰਗੇ ਹੋ ਗਏ। ਉਹ ਨਿਹੰਗ ਸਿੰਘ ਕਹਿਣ ਲੱਗਾ ਵੀ ਇਹ ਹੀ ਚੁਲੀ ਭਰ ਕੇ ਕੋਈ ਆਪਣਾ ਸੁੱਖ ਨਿਧਾਨ ਪੀ ਲਓ ਤੇ ਸਰੀਰ ਨੂੰ ਸਰੂਰ ਜਿਹਾ ਬਣਿਆ ਰਵੇ, ਤੇ ਤੁਸੀਂ ਪੀ ਲੈਂਦੇ ਹੋ ਬਾਟੇ ਭਰ ਕੇ, ਫਿਰ ਤੇ ਤੁਹਾਂ ਵਿੰਗੇ ਹੋਣਾ ਹੀ ਆ। ਇਹ ਵੀ ਚੂਲੀ ਇੱਕ ਅੱਧੀ ਚੂਲੀ ਪੀ ਲਓ, ਕੋਈ ਫੋੜਾ ਫਾੜਾ, ਕੋਈ ਫਿੰਸੀ, ਕੋਈ ਰੋਗ ਵਾ, ਤੇ ਚੂਲੀ ਕੋਈ ਇੱਕ ਸੁੱਖ ਨਿਧਾਨ ਦੀ ਪੀ ਲਓ ਤੇ ਸਰੀਰ ਠੀਕ ਹੋ ਜੂ। ਤੁਸੀਂ ਪੀਂਦੇ ਹੋ ਬਾਟੇ ਭਰ ਕੇ, ਤੇ ਫਿਰ ਤੇ ਵਿੰਗੇ ਹੋ ਗਏ, ਡਿੱਗਣਾ ਹੀ ਆ। ਫਿਰ ਇਹ ਕੋਈ ਵੀ ਚੀਜ਼ ਆ ਜਿਹੜੀ ਲਿਮਟ ਤੋਂ ਵੱਧ ਪੀਤੀ ਜਾਵੇ ਤੇ ਉਹ ਫਿਰ ਨੁਕਸਾਨ ਤਾਂ ਕਰਦੀ ਆ। ਕੁਵਾਰੀ ਕਾਇਆ ਜੁਗਤ, ਸਰੀਰ ਨੂੰ ਕੋਰਾ ਰੱਖਣਾ ਹੈ। ਜੇ ਕੋਈ ਨਸ਼ਾ ਲੱਗਾ ਵਾ, ਇਸ ਦਾ ਮਤਲਬ ਇਹ ਕੁਵਾਰਾ ਨਹੀਂ ਹੈ, ਵਿਆਹਿਆ ਗਿਆ ਵਾ। ਨੌਜਵਾਨੀ ਨਸ਼ੇ ਨਾਲ ਵਿਆਹੀ ਗਈ ਆ, ਘਰ ਘਾਟ ਬਰਬਾਦ ਕਰਦੇ ਨੇ, ਨਸ਼ੇ ਵਾਸਤੇ ਵਿਆਹੇ ਗਏ ਨੇ। ਨਸ਼ੇ ਦੇ ਨਾਲ ਨਸ਼ਾ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ। ਸਾਹਿਬ ਕਹਿੰਦੇ ਨਾ, ਕੁਵਾਰੀ ਕਾਇਆ ਜੁਗਤ, ਇਹ ਸਾਡੇ ਕੋਲ ਜੁਗਤੀ ਹੈ। ਸਰੀਰ ਨੂੰ ਕੋਰਾ ਰੱਖਣਾ ਹੈ, ਨਸ਼ਿਆਂ ਤੋਂ ਬਿਨਾਂ ਰੱਖਣਾ ਹੈ। ਡੰਡਾ ਪ੍ਰਤੀਤ, ਤੁਸੀਂ ਬਾਹਰ ਟਾਲੀ ਦਾ ਜਾਂ ਤੂਤ ਦਾ ਡੰਡਾ ਰੱਖਦੇ ਹੋ, ਅਸੀਂ ਰੱਬ ਤੇ ਭਰੋਸਾ ਰੱਖਣਾ ਹੈ, ਸਾਡੇ ਕੋਲ ਡੰਡਾ ਹੈ। ਮੈਂ ਅੱਗੇ ਕਿਹਾ ਗੁਰਸਿੱਖਾਂ ਦੇ ਕੋਲ ਗਿਆਨ ਦਾ ਡੰਡਾ ਹੋਵੇ ਤੇ ਕੁੱਤੇ ਬਿੱਲੀ ਡੰਡੇ ਲਾਗੇ ਆਉਂਦੇ ਨਹੀਂ ਆ। ਜਿਹੜੇ ਡੇਰਿਆਂ ਨਾਲ ਜੁੜੇ ਨੇ, ਬਿਆਬਿਆਂ ਨਾਲ ਜੁੜੇ ਨੇ, ਇਹਨਾਂ ਕੋਲ ਗਿਆਨ ਦਾ ਡੰਡਾ ਨਹੀਂਗਾ। ਅਕਲ ਤੋਂ ਹੀਣੇ ਲੋਕ ਨੇ ਜਿਹੜੇ ਡੇਰਿਆਂ ਤੇ ਜਾਂਦੇ ਨੇ। ਗੁਰੂ ਦਾ ਸਿੱਖ ਖਵਾਉਣ ਵਾਲਾ ਹੋਵੇ ਤੇ ਬਾਣੀ ਨਾਲ ਜੁੜਿਆ ਹੋਵੇ, ਉਹਨੂੰ ਕਿਸੇ ਡੇਰੇ ਦੀ ਕੀ ਲੋੜ ਪੈ ਗਈ ਹੈ? ਕਿਉਂ ਲੋੜ ਪਈ ਸਿੱਖ ਨੂੰ ਡੇਰਿਆਂ ਦੀ? ਕਿਉਂ ਡੇਰਿਆਂ ਤੇ ਬਰਬਾਦ ਹੋਏ? ਡੰਡਾ ਗਿਆਨ ਧਿਆਨ ਕੁਸਪਾਤੀ, ਡੰਡਾ ਨਹੀਂ ਸੀ ਇਹਨਾਂ ਦੇ ਕੋਲ। ਭੇਡਾਂ ਨੂੰ ਕੋਈ ਵੀ ਹਿੱਕ ਕੇ ਖੜ ਲੈ ਜਾਂਦਾ ਹੈ, ਸ਼ੇਰਾਂ ਨੂੰ ਫੜਨਾ ਹੋਵੇ ਤੇ ਪਿੰਜਰੇ ਬਣਾਉਣੇ ਪੈਂਦੇ ਨੇ। ਇਹ ਭੇਡਾਂ ਲੋਕ ਨੇ ਜਿਹੜੇ ਡੇਰਿਆਂ ਨਾਲ ਜੁੜ ਗਏ ਨੇ, ਉਹ ਫੜ ਕੇ ਲੈ ਗਏ ਨੇ ਗੱਡੀਆਂ ਤੇ, ਫਰੀ ਘੜੂਕੇ, ਫਰੀ ਬੱਸਾਂ ਦੇਤੀਆਂ ਉਹਨਾਂ ਨੇ, ਭੇਡਾਂ ਨੂੰ ਹਿੱਕ ਕੇ ਲੈ ਗਏ ਨੇ। ਉਹ ਗਿਆਨ ਨਹੀਂ ਸੀ ਸਾਡੇ ਕੋਲ। ਤਾਂ ਜੂਤ ਡੰਡਾ ਨਾ, ਡੰਡਾ ਪ੍ਰਤੀਤ, ਕੁਵਾਰੀ ਕਾਇਆ ਜੁਗਤ
ਡੰਡਾ ਪ੍ਰਤੀਤ, ਭਰੋਸੇ ਦਾ, ਰੱਬ ਤੇ ਭਰੋਸਾ ਹੋਵੇ, ਇਸ ਤੇਰੇ ਕੋਲ ਡੰਡਾ ਹੋਵੇ। ਆਈ ਪੰਥੀ ਸਗਲ ਜਮਾਤੀ, ਲੋਕਾਂ ਜੋਗੀਆਂ ਦੇ ਪੰਥ ਨੇ, ਸਿੱਖਾਂ ਦੇ ਤੇ ਬਹੁਤ ਹੀ ਪੰਥ ਨੇ ਨਾ। ਜੋਗੀਆਂ ਦੇ ਤੇ 12 ਪੰਥ ਨੇ ਤੇ ਸਿੱਖਾਂ ਦੇ 1200 ਪੰਥ ਹੋਣੇ ਮੇਰੇ ਹਿਸਾਬ ਨਾਲ ਤਾਂ। ਹੁਣ ਮੈਂ ਕੱਲ ਵੀ ਕਿਹਾ ਸੀ, ਗੁਰੂ ਨਾਨਕ ਸਾਹਿਬ ਨੂੰ ਮਰਦਾਨੇ ਨੇ ਆਖਿਆ, ਬਾਬਾ ਜੀ ਤੁਸਾਂ ਪੰਥ ਸਾਜਿਆ ਤੇ ਇਹਦਾ ਭਵਿੱਖ ਕੀ ਆ? ਘਰ-ਬਾਰ ਛੱਡ ਕੇ, ਤੁਸੀਂ ਹੱਟੀਆਂ ਬੰਦ ਕਰਕੇ, ਪਰਿਵਾਰ ਛੱਡ ਕੇ, ਬੱਚੇ ਛੱਡ ਕੇ, ਇਸਤਰੀ ਛੱਡ ਕੇ ਜਿਸ ਪੰਥ ਦਾ ਤੁਸੀਂ ਪ੍ਰਚਾਰ ਕਰਦੇ ਹੋ, ਤੇ ਰੇਤ ਅੱਕ ਆਹਾਰ ਕਰ, ਨਾ ਤੁਹਾਨੂੰ ਪੀਣ ਨੂੰ ਪਾਣੀ ਮਿਲਦਾ, ਨਾ ਖਾਣ ਨੂੰ ਰੋਟੀ ਮਿਲਦੀ ਆ। ਰਿੱਤ ਤੇ ਅੱਕ ਖਾਂਦੇ ਹੋ ਤੁਸੀਂ, ਤੇ ਰੋੜਾਂ ਤੇ ਵਿਛਾਈ ਕਰਦੇ ਹੋ, ਰੁੱਖਾਂ ਥੱਲੇ ਬੈਠ ਕੇ ਏਡਾ ਵੱਡਾ ਇਹ ਸਖਤ ਪ੍ਰਚਾਰ ਕਰਨ ਦੇ ਹੋ। ਇਹ ਤੇਰੇ ਤੁਹਾਡੇ ਪੰਥ ਦਾ ਭਵਿੱਖ ਕੀ ਆ? ਕਹਿ ਲੱਗੇ ਮਰਦਾਨਿਆਂ, ਆਈ ਪੰਥੀ ਸਗਲ ਜਮਾਤੀ, ਜਿੰਨਾ ਚਿਰ ਮੇਰਾ ਪੰਥ ਇੱਕ ਰਹੂਗਾ। ਮਰਦਾਨਿਆਂ ਇਹ ਰਾਜ ਕਰਨਗੇ, ਜਿਹੜੇ ਕਹਿੰਦੇ ਨੇ ਰਾਜ ਕਰੇਗਾ ਖਾਲਸਾ, ਇਦਾਂ ਰਾਜ ਨਹੀਂ ਹੋਣੇ ਜਿੱਦਾਂ ਤੁਸੀਂ ਪੰਥਾਂ ਦੇ ਵਿੱਚ, ਧੜਿਆਂ ਦੇ ਵਿੱਚ ਵੰਡੇ ਗਏ ਹੋ। ਤੁਹਾਡਾ ਹੁਣ ਕੋਈ ਵੱਡੀ ਤਾਕਤ ਨਹੀਂ ਤੁਹਾਡੇ ਕੋਲ ਰਹੀ। ਕਹਿਣ ਲੱਗੇ ਮਰਦਾਨਾ ਜੀ, ਜਿਹੜਾ ਮੈਂ ਪੰਥ ਸਾਜਿਆ ਵਾ, ਜੇ ਤੇ ਇੱਕ ਝੰਡੇ ਥੱਲੇ ਰਹੂਗਾ, ਇੱਕ ਪੰਗਤ ਵਿੱਚ ਬਹੂਗਾ, ਤੇ ਮੁਲਕਾਂ ਤੇ ਰਾਜ ਕਰਨਗੇ। ਜੇ ਇਹ ਧੜੇ ਬਣਾ ਲੈਣਗੇ, ਜੇ ਦਲ ਬਣਾ ਲੈਣਗੇ, ਜੇ ਪੰਥਾਂ 'ਚ ਵੰਡੇ ਜਾਣਗੇ, ਮਰਦਾਨਿਆਂ ਇਸ ਪੰਥ ਨੂੰ ਮਾਰ ਬੜੀ ਪੈਣੀ ਓ। ਕੋਈ ਹੈ ਕਸਰ ਮਾਰ ਪੈਣ ਵਾਲੋਂ ਇਸ ਸਿੱਖ ਕੌਮ ਨੂੰ? 100 ਸਾਲ ਇਹਦੇ ਗੁਰਦੁਆਰੇ ਹੀ ਬੰਦ ਰਹੇ ਇਸ ਪੰਥ ਦੇ। ਉਜਾੜਾ ਹੋਇਆ ਇਸ ਪੰਥ ਦਾ, ਕਿਉਂ ਹੋਇਆ? ਹਰ ਧੜੇ ਦੀ ਆਪਣੀ ਮਰਜ਼ਾਦਾ ਹੈ। ਸਾਹਿਬ ਕਹਿੰਦੇ, ਆਈ ਪੰਥੀ ਸਗਲ ਜਮਾਤੀ, ਸਮੁੱਚੀ ਜਮਾਤ, ਸਮੁੱਚਾ ਸੰਸਾਰ ਮੇਰਾ ਧੜਾ ਵਾ। ਤੁਸੀਂ ਜੋਗੀਓ, ਤੁਸੀਂ ਤੇ ਛੋਟੇ ਛੋਟੇ ਧੜਿਆਂ 'ਚ ਵੰਡੇ ਹੋ, ਤੇ ਮੇਰਾ ਇਹ ਜਿਤਨਾ ਪਰਮੇਸ਼ਰ ਨੇ ਸ੍ਰਿਸ਼ਟੀ ਰਚੀ ਆ, ਮੇਰਾ ਸਾਰਾ ਹੀ ਪੰਥ ਵਾਏ। ਤਾਂ ਮੇਰੇ ਇੱਕ ਪਾਸੇ ਹਿੰਦੂ ਬੈਠਾ ਹੋਇਆ ਹੈ, ਮੇਰੇ ਇੱਕ ਪਾਸੇ ਮੁਸਲਮਾਨ ਬੈਠਾ ਹੋਇਆ ਵਾ। ਮੇਰਾ ਤੇ ਸਾਰਾ ਸੰਸਾਰ ਹੀ ਪੰਥ ਵਾ ਮਰਦਾਨਿਆਂ। ਅੱਜ ਤੇ ਸਿੱਖ ਦੇ ਲਾਗੇ ਬਹਿੰਦਾ ਨਹੀਂਗਾ। ਇਹ ਦੂਸਰੀ ਸੰਪਰਦਾ ਦਾ, ਇਹਨੇ ਪੱਗ ਗੋਲ ਬੱਧੀ ਆ, ਇਹਨੇ ਪੱਗ ਖੱਟੀ ਬੱਧੀ। ਅੱਜ ਤੇ ਸਿੱਖ ਲਾਗੇ ਨਹੀਂ ਬਹਿੰਦਾ। ਤੇ ਬਾਬੇ ਨਾਨਕ ਜੀ ਲਾਗੇ ਤੇ ਇੱਕ ਪਾਸੇ ਮਰਦਾਨਾ ਬੈਠਾ ਹੋਇਆ ਮੁਸਲਮਾਨ, ਇੱਕ ਪਾਸੇ ਬਾਲਾ ਬੈਠਾ ਹੋਇਆ ਹਿੰਦੂ ਹੈ। ਇਹ ਤੇ ਉਹ ਪੰਥ ਸੀ, ਇਹ ਤੇ ਉਹ ਪੰਥ ਸੀ ਜਦ ਕਦੇ ਮੁਸਲਮਾਨ ਵੀ ਗੁਰਦੁਆਰਿਆਂ 'ਚ ਬੈਠ ਕੇ ਕੀਰਤਨ ਕਰਦੇ ਹੁੰਦੇ ਸਨ। ਇਹ ਤੇ ਉਹ ਪੰਥ ਹੈ। ਸਾਹਿਬ ਕਹਿੰਦੇ, ਆਈ ਪੰਥੀ, ਮੇਰਾ ਪੰਥ ਕਿਹੜਾ ਵਾ? ਉਹ ਕਹਿੰਦੇ ਵੀ ਬਾਰੇ ਪੰਥ, ਬਾਰੇ ਅੰਤਰ ਏਕ ਸਿਰੇ ਵੋ, ਖਟ ਦਰਸ਼ਨ ਇੱਕ ਪੰਥਾ। ਜੇ ਤੁਸੀਂ ਜੋਗੀ ਬਣ ਜਾਓਗੇ ਤੇ ਅਸੀਂ ਤੁਹਾਨੂੰ ਜੋਗਿੰਦਰਾ ਬਣਾ ਦਿਆਂਗੇ। ਤੇ ਸਾਡੇ ਪੰਥਾਂ ਵਿੱਚੋਂ ਇੱਕ ਉੱਤਮ ਪੰਥ ਹੈ, ਉਹਨੂੰ ਆਈ ਪੰਥ ਕਹਿੰਦੇ ਨੇ, ਤੇ ਉਹਦਾ ਮੁਖੀ ਤੁਹਾਨੂੰ ਥਾਪ ਦਿਆਂਗੇ। ਸਾਹਿਬ ਕਹਿੰਦੇ, ਅਸੀਂ ਤਾਂ ਇਹੋ ਜਿਹੀਆਂ ਗੱਲਾਂ ਨੂੰ ਮੰਨਦੇ ਹੀ ਨਹੀਂ ਆ। ਮੇਰਾ ਕਿਹੜਾ ਪੰਥ? ਆਈ ਪੰਥੀ ਸਗਲ ਜਮਾਤੀ। ਇਹ ਕਹਿੰਦੇ ਨਾ ਫਲਾਨੀ ਜਮਾਤ, ਜਮਾਤ ਮੈਨੇ ਸਮੂਹ। ਜਿੱਦਾਂ ਮੁਸਲਮਾਨਾਂ ਦੀ ਜਮਾਤਾਂ ਹੁੰਦੀਆਂ ਨੇ, ਅਹਿਮਦੀਆਂ ਦੀ ਜਮਾਤ, ਜਮਾਤ ਮੈਨੇ ਬਹੁਤ ਲੋਕਾਂ ਦਾ ਇਕੱਠ ਹੋਵੇ ਉਹਨੂੰ ਜਮਾਤ ਬੋਲਦੇ ਨੇ। ਤੇ ਬਹੁਤ ਲੋਕਾਂ ਦਾ ਇਕੱਠ ਹੋਵੇ ਤੇ ਉਹਨੂੰ ਸਮਾਜ ਬੋਲਦੇ ਨੇ। ਤੇ ਬਹੁਤ ਲੋਕਾਂ ਦਾ ਇਕੱਠ ਹੋਵੇ ਤੇ ਉਹਨੂੰ ਭੀੜ ਵੀ ਬੋਲਦੇ ਨੇ। ਸਾਧ ਸੰਗਤ ਜੀ ਭੀੜ ਜੋ ਪਾਈ, ਬਾਣੀ 'ਚ ਇਕੱਠ ਨੂੰ ਭੀੜ ਲਿਖਿਆ ਹੈ। ਇਹ ਜਿਹੜੀ ਸੰਗਤ ਦੀ ਭੀੜ ਬਣੀ ਹੋਈ ਆ, ਸੰਗਤ ਦਾ ਇਕੱਠ ਹੋਇਆ ਵਾ। ਸਾਧ ਸੰਗਤ ਦੀ ਭੀੜ ਜੀ ਪਾਈ ਤੋ ਨਾਨਕ ਹਰ ਸੰਗ ਮੇਰੀਆਂ। ਸੰਗਤ ਰੱਬ ਨੂੰ ਬੁਲਾ ਦਿੰਦੀ ਆ। ਸਾਹਿਬ ਕਹਿਣ ਲੱਗੇ, ਆਈ ਪੰਥੀ ਸਗਲ ਜਮਾਤੀ।
ਮੈਂ ਕੋਈ ਫਿਰਕੇ ਬਣਾਉਣ ਨਹੀਂ ਆਇਆ, ਫਿਰਕੇ ਤੇ ਧਰਤੀ ਤੇ ਮੇਰੇ ਤੋਂ ਪਹਿਲਾਂ ਵੀ ਬੜੇ ਨੇ। ਮੈਂ ਕੋਈ ਧੜੇ ਬਣਾਉਣ ਨਹੀਂ ਆਇਆ, ਧੜੇ ਤਾਂ ਪਹਿਲਾਂ ਹੀ ਬੜੇ ਨੇ। ਮੈਂ ਕੋਈ ਪੰਥ ਚਲਾਉਣ ਨਹੀਂ ਆਇਆ, ਪੰਥ ਤਾਂ ਪਹਿਲਾਂ ਹੀ ਬੜੇ ਨੇ। ਤੇ ਮੈਂ ਤੇ ਚਾਰ ਵਰਨ ਇੱਕ ਵਰਨ ਕਰ, ਪੈਰੀ ਪਵਣਾ ਜਗ ਵਰਤਾਇਆ। ਮੈਂ ਤੇ ਚੌਂ ਵਰਨਾਂ ਦੇ ਲੋਕਾਂ ਨੂੰ ਇਕੱਠਿਆਂ ਕਰਨ ਆਇਆ ਵਾਂ। ਮੈਂ ਤੇ ਰਾਣਾ ਰੰਕ ਬਰਾਬਰੀ, ਪੈਰੀ ਪਵਣਾ ਜਗ ਵਰਤਾਇਆ। ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਮੈਂ ਤੇ ਚੌਹਾਂ ਨੂੰ ਇੱਕ ਥਾਂ ਤੇ ਬਿਠਾਉਣ ਆਇਆ ਵਾਂ। ਮੈਂ ਤੇ ਚੌਹਾਂ ਨੂੰ ਇੱਕ ਕਰਨ ਆਇਆ ਵਾਂ। ਤੇ ਤੁਸੀਂ ਮੈਨੂੰ ਕਹਿੰਦੇ ਆਈ ਪੰਥੀ ਵਿੱਚ ਆ ਜਾ। ਕਿੱਦਾਂ ਦੇ ਤੁਸੀਂ ਬੰਦੇ ਜੇ? ਇਹ ਕੰਮ ਸਖਾਲਾ ਨਹੀਂ ਸੀ ਚੌਂ ਵਰਨਾਂ ਨੂੰ ਇੱਕ ਕਰਨਾ। ਇਹ 10ਵੇਂ ਪਾਤਸ਼ਾਹ ਨੇ ਜਦੋਂ ਕੋਸ਼ਿਸ਼ ਕੀਤੀ ਚੌਂ ਵਰਨਾਂ ਨੂੰ ਇੱਕ ਬਾਟੇ ਨਾਲ ਮੂੰਹ ਲਾ ਦਿੱਤਾ ਜਾਵੇ, ਤੇ ਸਾਹਿਬ ਦੀ ਬੜੀ ਵਿਰੋਧਤਾ ਹੋਈ। ਜਦੋਂ ਗੁਰੂ ਅੰਗਦ ਸਾਹਿਬ ਨੇ, ਗੁਰੂ ਅਮਰਦਾਸ ਨੇ ਬੌਲੀ ਬਣਾ ਦਿੱਤੀ, ਇੱਕ ਥਾਂ ਬੈਠ ਕੇ ਨਹਾਓ। ਪੁਰਾਣੀ ਪਰੰਪਰਾ ਸੀ ਕਿ ਵਗਦੇ ਪਾਣੀ 'ਚ ਕੇਵਲ ਬ੍ਰਾਹਮਣ ਨਹਾ ਸਕਦਾ ਹੈ। ਵਗਦੇ ਪਾਣੀ 'ਚ ਕੇਵਲ ਬ੍ਰਾਹਮਣ ਨਹਾ ਸਕਦਾ ਹੈ। ਤੇ ਜਿਹੜਾ ਸੂਦਰ ਵਾ ਉਹ ਛੱਪੜ 'ਚ ਨਹਾਵੇ, ਉਹਨੂੰ ਅਧਿਕਾਰ ਨਹੀਂ ਹੈ ਵਗਦੇ ਪਾਣੀ 'ਚ। ਛੱਪੜ 'ਚ ਕੇਵਲ ਸੂਦਰ ਨਹਾਵੇ, ਤੇ ਜੇ ਉਹ ਵਗਦੇ ਪਾਣੀ 'ਚ ਨਹਾਊਗਾ ਤੇ ਉਹਨੂੰ ਦੰਡ ਦਿੱਤਾ ਜਾਏਗਾ। ਗੁਰੂ ਅਮਰਦਾਸ ਗੁਰੂ ਸਾਹਿਬਾਂ ਨੇ ਸਰੋਵਰ ਬਣਾ ਕੇ ਇਹ ਕਿਹਾ ਵੀ ਸਾਰੇ ਇੱਕ ਥਾਂ ਤੇ ਹੀ ਨਹਾਓ, ਖਲੋਤੇ ਪਾਣੀ 'ਚ ਨਹਾਓ, ਸਾਰੇ ਹੀ ਨਹਾਓ। ਆਈ ਪੰਥੀ ਸਗਲ ਜਮਾਤੀ, ਸਾਰੇ ਸਮਾਜ ਨੂੰ ਇੱਕ ਕਰਨਾ ਹੈ। ਨਫ਼ਰਤ ਨਹੀਂ ਪੈਦਾ ਕਰਨੀ। ਇਹ ਜਿਹੜੀ ਧਰਮਾਂ ਰਾਹੀਂ ਧਰਤੀ ਉੱਤੇ ਨਫ਼ਰਤ ਪੈਦਾ ਹੋਈ ਆ, ਇਹ ਅਖੌਤੀ ਧਰਮੀਆਂ ਨੇ ਪੈਦਾ ਕੀਤੀ ਆ। ਮਜਬ ਨਹੀਂ ਸਿਖਾਤਾ ਕਿਸੇ ਸੇ ਵੈਰ ਕਰਨਾ। ਜਿਹੜੇ ਧਰਮੀ ਲੋਕ ਵੈਰ ਕਰਦੇ ਨੇ ਉਹ ਧਰਮੀ ਹੁੰਦੇ ਨੇ ਕੇਵਲ ਧਰਮ ਦੇ ਕੱਪੜੇ ਪਾ ਕੇ, ਤੇ ਲੋਕਾਂ ਨੂੰ ਉਹ ਭਟਕਾਉਂਦੇ ਨੇ, ਮਰਵਾਉਂਦੇ ਨੇ, ਕੌਮਾਂ ਬਰਬਾਦ ਕਰਦੇ ਨੇ ਲੋਕ। ਤੇ ਕਰਾਈਆਂ ਵੀ ਇਹਦੇ ਸ਼ੱਕ ਵੀ ਕੋਈ ਨਹੀਂ ਹੈ। ਸਭ ਕਹਿਣ ਲੱਗੇ ਆਈ ਪੰਥੀ ਸਗਲ ਜਮਾਤੀ। ਸਾਰਾ ਸੰਸਾਰ ਮੇਰੇ ਵਾਸਤੇ ਆਈ ਪੰਥ ਵਾ, ਮੈਂ ਉਹਦੇ ਵਿੱਚ ਸ਼ਾਮਲ ਵਾਂ, ਸਾਰੀ ਦੁਨੀਆ 'ਚ ਮੈਂ ਸ਼ਾਮਲ ਵਾਂ। ਮੈਂ ਤੇ ਮੱਕੇ ਵੀ ਕਦੀ ਗਿਆ, ਨੀਲ ਧਾਰ ਬਸਤਰ, ਫਿਰ ਬਾਬਾ ਮੱਕੇ ਗਿਆ, ਨੀਲ ਰੂਪ ਧਾਰ ਬਨਵਾਰੀ। ਨੀਲੇ ਕੱਪੜੇ ਪਾ ਕੇ ਗੁਰੂ ਨਾਨਕ ਸਾਹਿਬ ਮੱਕੇ ਨੂੰ ਤੁਰ ਜਾਂਦੇ ਨੇ, ਤੇ ਗੇਰੂ ਰੰਗ ਦੇ ਕੱਪੜੇ ਪਾ ਕੇ, ਉਦਾਸੀਆਂ ਵਾਲੇ ਕੱਪੜੇ ਪਾ ਕੇ ਗੁਰੂ ਨਾਨਕ ਸਾਹਿਬ ਹਿੰਦੂ ਤੀਰਥਾਂ ਤੇ ਜਾਂਦੇ ਨੇ। ਤੇ ਜਦੋਂ ਪੀਰਾਂ ਨੂੰ ਮਿਲਦੇ ਨੇ ਤੇ ਸੇਲੀ ਟੋਪੀ ਉੱਤੇ ਪੱਗ ਦੇ ਬੰਨ੍ਹ ਕੇ ਮਹਾਰਾਜ, ਇੱਥੇ ਇੱਕ ਗੁਰੂ ਨਾਨਕ ਸਾਹਿਬ ਦਾ ਅਸਥਾਨ ਹੈ ਰਾਜਸਥਾਨ ਦੇ ਵਿੱਚ, ਹਰਿਆਣੇ ਦੇ ਲਾਗੇ ਪਿੰਦਾ ਉਹ। ਉੱਥੇ ਜਦੋਂ ਮਹਾਰਾਜ ਪੀਰਾਂ ਨੂੰ ਮਿਲਦੇ ਨੇ ਤੇ ਮਹਾਰਾਜ ਨੇ ਇੱਕ ਸਿਰ ਉੱਤੇ ਰੱਸਾ ਬੰਨ੍ਹ ਲਿਆ ਆਪਣੇ, ਜਿੱਦਾਂ ਪੀਰ ਰੂਪ ਧਾਰਨ ਕਰਦੇ ਸੀ। ਇੱਕ ਕਾਈ ਦਾ ਰੱਸਾ ਵੱਟ ਕੇ ਤੇ ਸਿਰ ਤੇ ਬੰਨ੍ਹ ਲਿਆ। ਸ਼ਾਇਦ ਦੇ ਇਹ ਹਰ ਫਿਰਕੇ ਨੂੰ ਦੂਰ ਕਰਕੇ ਤੇ ਕੁਝ ਕਹਿਣਾ ਚਾਹੁੰਦੇ ਸਨ। ਤਾਂ ਉਹ ਸਿੱਖਾਂ ਦੇ ਆਪਣੇ ਬੜੇ ਫਿਰਕੇ ਬਣ ਗਏ ਹੁਣ ਤਾਂ। ਇਹ ਤੇ ਆਪ ਹੀ ਫਿਰਕਿਆਂ 'ਚ ਵੰਡਿਆ ਗਿਆ। ਸਾਹਿਬ ਕਹਿੰਦੇ ਆਈ ਪੰਥੀ ਸਗਲ ਜਮਾਤੀ, ਜਿੱਦਾਂ ਅਹਿਮਦੀਆਂ ਦੀ ਜਮਾਤ ਆ, ਹੋਰ ਜਮਾਤਾਂ ਨੇ। ਸਾਹਿਬ ਕਹਿਣ ਲੱਗੇ ਸਾਰਾ ਸੰਸਾਰ ਹੀ ਮੇਰੇ ਵਾਸਤੇ ਇੱਕ ਪੰਥ ਵਾ, ਤੇ ਮੈਂ ਉਸ ਪੰਥ ਵਿੱਚ ਸ਼ਾਮਲ ਵਾਂ, ਤੇ ਤੁਸੀਂ ਮੈਨੂੰ ਪੰਥ ਵਿੱਚ ਕਿੱਦਾਂ ਸ਼ਾਮਲ ਕਰ ਲਓਗੇ? ਜਿਹੜਾ ਤੁਹਾਡਾ ਆਈ ਪੰਥੀ ਆ, ਇਹ ਤਾਂ ਇੱਕ ਫਿਰਕਾ ਵਾ, ਤੇ ਫਿਰਕਿਆਂ ਦੇ ਨਾਲ ਤਾਂ ਝਗੜੇ ਪੈਦਾ ਹੁੰਦੇ ਨੇ। ਤੇ ਮੈਂ ਕੋਈ ਝਗੜੇ ਕਰਨ ਥੋੜਾ ਆਇਆ ਵਾਂ ਧਰਤੀ ਉੱਤੇ। ਝਗੜੇ ਤੇ ਮੇਰੇ ਆਉਣ ਤੋਂ ਪਹਿਲਾਂ ਵੀ ਬੜੇ ਹੋ ਰਹੇ ਸੀ। ਖੈ ਮਰਦੇ ਬਾਹਮਣ ਬੋਲਾਣੇ, ਮੇਰੇ ਤੋਂ ਪਹਿਲਾਂ ਵੀ ਬਾਹਮਣ ਮੁਸਲਮਾਨਾਂ ਨਾਲ ਲੜ ਕੇ ਮਰਨਦੇ ਨੇ, ਮੁਸਲਮਾਨ ਹਿੰਦੂਆਂ ਨਾਲ ਲੜ ਕੇ ਮਰਨਦੇ ਨੇ, ਤੇ ਮੈਂ ਵੀ ਇਹੋ ਕੰਮ ਕਰਕੇ ਤੁਰ ਜਾਊਂਗਾ ਧਰਤੀ ਉੱਤੋਂ? ਨਾ 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 ਨਾ, ਮੈਂ ਨਹੀਂ ਕੰਮ ਕਰਨਾ ਚਾਹੁੰਦਾ। ਇਹ ਮੈਂ ਲੜਨ ਮਰਨ ਵਾਲਾ ਕੰਮ ਮੈਂ ਨਹੀਂ ਕਰਕੇ ਜਾਣਾ। ਪਰ ਕੌਮ ਸਾਡੀ ਅੱਜ ਉਹਨਾਂ ਸਿਧਾਂਤਾਂ ਨੂੰ ਸਮਝੀ ਨਹੀਂ ਆ, ਆਪਸ ਵਿੱਚ ਹੀ ਲੜ ਲੜ ਕੇ ਮਰੀ ਜਾਂਦੇ ਨੇ।
ਕਿੱਡੀ ਹਾਸੋ ਹਾਣੀ ਹੀਣੀ ਗੱਲ ਕਰਦੇ ਨੇ ਲੋਕ, ਕਿਉਂ ਨਹੀਂ ਸਮਝਦੇ ਸਮੇਂ ਨੂੰ। ਫਿਰ ਆਓ ਅੱਗੇ ਵਿਚਾਰ ਕਰੀ। ਮਰ ਆਈ ਪੰਥੀ ਸਗਲ ਜਮਾਤੀ, ਮਨ ਜੀਤੇ ਜਗ ਜੀਤਾ। ਮਰ ਕਹਿੰਦੇ ਉਹ ਦੁਨੀਆ ਤੇ ਸਭ ਤੋਂ ਵੱਡਾ ਜੇਤੂ ਆ ਜਿਹਨੇ ਆਪਣੇ ਮਨ ਦੇ ਫੁਰਨਿਆਂ ਨੂੰ ਜਿੱਤ ਲਿਆ ਹੈ। ਜਿਹਦੇ ਮਨ ਵਿੱਚ ਕੋਈ ਫੁਰਨਾ ਨਹੀਂ ਨਾ ਉੱਠਦਾ, ਸਾਨੂੰ ਮਨ ਵਿੱਚ ਫੁਰਨਾ ਪੈਦਾ ਹੁੰਦਾ, ਉੱਥੇ ਚੱਲੀਏ ਅਸੀਂ ਤੁਰ ਜਾਂਦੇ। ਮਨ 'ਚ ਫੁਰਨਾ ਆਉਂਦਾ, ਆਹ ਕਰੀਏ, ਅਸੀਂ ਕਰਨ ਲੱਗ ਪੈਂਦੇ। ਅਸੀਂ ਮਨ ਦੇ ਗੁਲਾਮ ਆ। ਇੱਕ ਹੋਰ ਗੱਲ ਹੈ ਕਿ ਸਿਆਣੇ ਬੰਦੇ ਕਹਿੰਦੇ ਆ ਕਿ ਹਰੇਕ ਬੰਦਾ ਆਪਣੇ ਸੁਭਾਅ ਦਾ ਗੁਲਾਮ ਹੈ। ਤਾਈਓ ਤੇ ਝਗੜਾ ਪੈਦਾ ਹੁੰਦਾ। ਅਸੀਂ ਕਿਸੇ ਫਲਾਣੇ ਨੂੰ ਬੰਦੇ ਨੂੰ ਆਖੀ ਤੂੰ ਏਦਾਂ ਕਰਿਆ ਕਰ, ਉਦਾਂ ਕਰਦਾ ਨਹੀਂ ਗਾ ਉਹ, ਕਿਉਂ? ਉਹ ਆਪਣੇ ਸੁਭਾਅ ਦਾ ਗੁਲਾਮ ਹੈ, ਉਹ ਆਪਣੇ ਸੁਭਾਅ ਮੁਤਾਬਕ ਹੀ ਚੱਲਦਾ। ਸਾਹਿਬ ਕਹਿੰਦੇ ਮਨ ਜੀਤੇ ਜਗ ਜੀਤ। ਅਸੀਂ ਕੋਈ ਬਾਹਰੀ ਲੜਾਈਆਂ ਝਗੜਿਆਂ ਕਰਕੇ ਅਸੀਂ ਸੰਸਾਰ ਨੂੰ ਜਿੱਤਣ ਨਹੀਂ ਆਏ, ਤੇ ਸਾਡਾ ਨਿਸ਼ਾਨਾ ਕੋਈ ਬਾਹਰੀ ਕੋਈ ਦੇਸ਼ ਬਣਾਉਣ ਦਾ ਨਹੀਂ ਆ। ਸਾਡਾ ਨਿਸ਼ਾਨਾ ਮਨ ਨੂੰ ਜਿੱਤਣ ਦਾ ਹੈ। ਦਸਾਂ ਗੁਰੂਆਂ ਨੇ ਕੋਈ ਵੱਖਰੇ ਰਾਜ ਦੀ ਗੱਲ ਨਹੀਂ ਕੀਤੀ, ਕਿਸੇ ਨੇ ਵੀ ਨਹੀਂ ਕੀਤੀ, ਦਸਵੇਂ ਪਾਤਸ਼ਾਹ ਨੇ ਵੀ ਨਹੀਂ ਕੀਤੀ ਵੱਖਰੇ ਰਾਜ ਦੀ। ਤਾਂ ਇਹ ਸੰਪਰਦਾਈ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੁੰਦੇ ਨੇ, ਗੁਰੂਆਂ ਨੇ ਨਹੀਂ ਕੀਤੀਆਂ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਗੁਰੂ ਕੋਈ ਧਰਤੀਆਂ ਉੱਤੇ ਰਾਜ ਕਾਇਮ ਨਹੀਂ ਕਰਨ ਆਉਂਦੇ, ਕੋਈ ਧੜੇ ਰਾਜ ਤਾਂ ਫਿਰ ਧੜਾ ਕਾਇਮ ਕਰ ਦੂਗਾ, ਉਹ ਤਾਂ ਫਿਰ ਫਸਾਦ ਖੜਾ ਕਰ ਦੂਗਾ ਧੜਾ ਤਾਂ। ਰਾਜ ਨਾ ਚਾਹੂੰ, ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਕੋਈ ਰਾਜ ਦੀ ਗੱਲ ਨਹੀਂ ਕਰ ਰਿਹਾ। ਮੁਕਤ ਨਾ ਚਾਹੂੰ, ਐ ਪਰਮੇਸ਼ਰ ਮੈਂ ਤੇਰੇ ਤੋਂ ਮੁਕਤੀ ਵੀ ਨਹੀਂ ਮੰਗਦਾ। ਫਿਰ ਕੀ ਮੰਗਦੇ ਹੋ? ਜੇ ਰਾਜ ਵੀ ਨਹੀਂ ਤੁਹਾਨੂੰ ਚਾਹੀਦਾ, ਮੁਕਤੀ ਵੀ ਨਹੀਂ ਚਾਹੀਦੀ। ਮਨ ਪ੍ਰੀਤ ਚਰਨ, ਮਨ ਪ੍ਰੀਤ ਚਰਨ ਕਮਲਾਰੇ। ਬਸ ਰੱਬਾ ਤੇਰੇ ਕੋ ਮੰਗਦੇ ਆ ਤੇ ਤੇਰੇ ਚਰਨਾਂ ਦੀ ਪ੍ਰੀਤ ਹੀ ਮੰਗਦੇ ਆ। ਸਭ ਕਹਿੰਦੇ ਫਿਰ ਮਨ ਨੂੰ ਜਿੱਤਣਾ ਹੀ ਸਾਡੀਆਂ ਜਿੱਤਾਂ ਨੇ। ਬਾਹਰੀ ਜਿੱਤਾਂ ਹੋ ਵੀ ਗਈਆਂ ਤੇ ਕੁਝ ਵੀ ਪ੍ਰਾਪਤ ਨਹੀਂ ਹੋਣਾ। ਇਹ ਤੇ ਫਿਰ ਜਿੱਤਾਂ ਜਿਹੜੀਆਂ ਬਾਹਰਲੀਆਂ ਜਿੱਤਾਂ ਵਾ ਨਾ ਭਾਈ, ਇਹ ਜਿੱਤਾਂ ਤਾਂ ਫਿਰ ਹਾਰ 'ਚ ਬਦਲ ਜਾਂਦੀਆਂ ਨੇ। ਬੰਦਾ ਸਿੰਘ ਬਹਾਦਰ ਨੇ ਜਿੱਤ ਪ੍ਰਾਪਤ ਕੀਤੀ ਸਰਹੰਦ, ਮੁੜ ਕੇ 2 ਸਾਲਾਂ ਬਾਅਦ ਫਿਰ ਬੰਦਾ ਸਿੰਘ ਬਹਾਦਰ ਨੂੰ ਸਰਹੰਦ ਵਿੱਚੋਂ ਕੱਢ ਦਿੱਤਾ ਗਿਆ। ਇਹ ਬਾਹਰਲੀਆਂ ਜਿੱਤਾਂ ਫਿਰ ਹਾਰ ਵਿੱਚ ਬਦਲ ਜਾਂਦੀਆਂ ਨੇ, ਪਰ ਜਿਹੜਾ ਇੱਕ ਵਾਰੀ ਮਨ ਨੂੰ ਜਿੱਤ ਗਿਆ ਉਹਨੂੰ ਮੁੜ ਕੇ ਹਾਰ ਦਾ ਮੂੰਹ ਨਹੀਂ ਦੇਖਣਾ ਪੈਂਦਾ। ਮਨ ਜੀਤੇ ਜਗ ਜੀਤ, ਮਨ ਜੀਤੇ ਜਗਦੀਤ। ਅਗਲਾ ਆਦੇਸ਼ ਤਿਸੇ ਆਦੇਸ਼। ਉਹ ਜਦੋਂ ਜੋਗੀ ਮਿਲਦੇ ਨੇ ਆਪਸ ਵਿੱਚ ਤੇ ਇਸ ਤਰ੍ਹਾਂ ਕਹਿੰਦੇ ਨੇ ਆਦੇਸ਼ ਆਦੇਸ਼। ਜਿੱਦਾਂ ਹਿੰਦੂ ਮਿਲਦੇ ਨੇ ਰਾਮ ਰਾਮ ਕਹਿੰਦੇ ਨੇ, ਮੁਸਲਮਾਨ ਮਿਲਦੇ ਨੇ ਤੇ ਸਲਾਮ ਅਲੈਕੁਮ ਵਾਲੈਕੁਮ ਸਲਾਮ ਕਹਿੰਦੇ ਨੇ, ਤੇ ਜਦੋਂ ਜੋਗੀ ਮਿਲਦੇ ਨੇ ਆਦੇਸ਼ ਆਦੇਸ਼ ਕਹਿੰਦੇ ਨੇ। ਜਦੋਂ ਬੈਰਾਗੀ ਮਿਲਦੇ ਨੇ ਓਮ ਨਮੋ ਕਹਿੰਦੇ ਨੇ, ਤੇ ਜਦੋਂ ਅਸੀਂ ਮਿਲਦੇ ਹਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਕਹਿੰਦੇ ਆ। ਤੇ ਜਦੋਂ ਗੁਰੂ ਨਾਨਕ ਸਾਹਿਬ ਜੋਗੀਆਂ ਦੇ ਸਾਹਮਣੇ ਹੁੰਦੇ ਨੇ, ਉਹ ਕਹਿੰਦੇ ਨੇ ਆਦੇਸ਼। ਸਾਹਿਬ ਕਹਿੰਦੇ ਆਦਿ ਕੋ ਆਦੇਸ਼ ਹੈ, ਜਿਸਕਾ ਘਟ ਘਟ ਮੇ ਵੇਸ਼ ਹੈ। ਅਸੀਂ ਤੇ ਨਮਸਕਾਰ ਉਸ ਨੂੰ ਕਰਦੇ ਆ ਜਿਹੜਾ ਆਦ ਵਾ। ਅਸੀਂ ਨਮਸਕਾਰ ਉਸ ਨੂੰ ਕਰਦੇ ਜਿਹੜਾ ਥਾਪਿਆ ਨਾ ਜਾਏ, ਕੀਤਾ ਨਾ ਹੋਏ। ਸਾਡਾ ਤੇ ਗੁਰੂ ਕੋਈ ਹੋਰ ਵਾ। ਤੁਹਾਡਾ ਤੇ ਗੁਰ ਈਸ਼ਰ ਗੁਰ ਬ੍ਰਹਮਾ ਗੁਰ ਪਾਰਬਤੀ ਹੈ, ਤੇ ਸਾਡਾ ਤੇ ਗੁਰੂ ਕੋਈ ਹੋਰ ਵਾ। ਉਹ ਗੁਰੂ ਸਾਡਾ ਥਾਪਿਆ ਨਾ ਜਾਏ। ਜਦੋਂ ਆਖਿਆ ਆਦੇਸ਼, ਸਾਹਿਬ ਕਹਿੰਦੇ ਆਦਿ ਕੋ ਆਦੇਸ਼ ਹੈ, ਜਿਸਕਾ ਘਟ ਘਟ ਮੇ ਵੇਸ਼ ਹੈ। ਅਸੀਂ ਉਸ ਨੂੰ ਨਮਸਕਾਰ ਕਰਦੇ ਹਾਂ। ਆਦੇਸ਼ ਤਿਸੇ ਆਦੇਸ਼। ਤੁਸੀਂ ਬੰਦਿਆਂ ਨੂੰ ਮੱਥੇ ਟੇਕਦੇ ਹੋ, ਬੰਦਿਆਂ ਨੂੰ ਥਾਪਣ ਕਰਕੇ ਉਹਨਾਂ ਦੀ ਪੂਜਾ ਕਰਦੇ ਹੋ। ਸਾਹਿਬ ਕਹਿੰਦੇ ਆਦੇਸ਼ ਬਾਬਾ ਆਦੇਸ਼, ਆਦ ਪੁਰਖ ਤੇਰਾ ਅੰਤ ਨ ਪਾਇਆ, ਕਰ ਕਰ ਵੇਖੇ ਵੇਸ।
ਅਸੀਂ ਉਸ ਆਦ ਨੂੰ ਨਮਸਕਾਰ ਕਰਦੇ ਹਾਂ, ਅਸੀਂ ਉਸ ਆਦ ਨੂੰ ਮੰਨਦੇ ਹਾਂ ਜੋ ਆਦ ਸੱਚ ਹੈ, ਜੁਗਾਦ ਸੱਚ ਹੈ, ਹੈਪੀ ਸੱਚ ਹੈ, ਨਾਨਕ ਹੋਸੀ ਵੀ ਸੱਚ ਹੈ। ਅਸੀਂ ਤਾਂ ਉਸ ਨੂੰ ਉਦੇਸ਼ ਕਰਦੇ ਹਾਂ। ਆਦੇਸ਼ ਬਾਬਾ ਆਦੇਸ਼, ਆਦ ਪੁਰਖ ਤੇਰਾ ਅੰਤ ਨਾ ਪਾਇਆ। ਅੰਤ ਨ ਸਿਫਤੀ ਕਹਿਨ ਨ ਅੰਤ, ਅੰਤ ਨ ਕਰਨੇ ਦੇਨ ਨ ਅੰਤ, ਅੰਤ ਨ ਵੇਖਣ ਸੁਰਨ ਨ ਅੰਤ, ਅੰਤ ਨ ਜਾਪੇ ਕਿਆ ਮਨ ਮੰਤ, ਅੰਤ ਨ ਜਾਪੇ ਕੀਤਾ ਕਾਰ, ਅੰਤ ਨ ਜਾਪੇ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨ ਪਾਏ ਜਾਹੇ, ਇਹੋ ਅੰਤ ਨ ਜਾਣੇ ਕੋਏ, ਬਹੁਤਾ ਕਹੀਏ ਬਹੁਤਾ ਹੋਏ। ਵੱਡਾ ਸਾਹਿਬ, ਅਸੀਂ ਤੇ ਉਸ ਨੂੰ ਨਮਸਕਾਰ ਕਰਦੇ ਜੋ ਵੱਡਾ ਹੈ। ਆਦੇਸ਼ ਤਿਸੇ ਆਦੇਸ਼, ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ। ਨਾਨਕ ਜੀ ਅੱਗੇ ਖੈਰ, ਆਦੇਸ਼ ਬਾਬਾ ਆਦੇਸ਼, ਆਦ ਪੁਰਖ ਤੇਰਾ ਅੰਤ ਨਾ ਪਾਇਆ, ਕਰ ਕਰ ਵੇਖੇ ਵੇਸ। ਜਦੋਂ ਜੋਗੀਆਂ ਨੇ ਆਖਿਆ ਜੀ ਨਾਥ ਜੀ ਨਮਸਕਾਰ ਆਦੇਸ਼, ਸਾਹਿਬ ਕਹਿੰਦੇ ਆਦੇਸ਼ ਤਿਸੇ ਆਦੇਸ਼, ਆਦ ਜੋ ਸਭ ਦਾ ਮੁੱਢ ਹੈ, ਅਨੀਲ ਇੱਕ ਹੁੰਦਾ ਨੀਲ, ਨੀਲ ਮੈਨੇ ਕਾਲਖ ਸ਼ਾਹੀ। ਸਾਹਿਬ ਕਹਿੰਦੇ ਅਨੀਲ ਆਦੇਸ਼ ਤਿਸੇ ਆਦੇਸ਼, ਕਿਸ ਨੂੰ ਆਦੇਸ਼ ਹੈ? ਜੋ ਆਦ ਵਾ, ਆਦ ਅਨੀਲ, ਨੀਲ ਮੈਨੇ ਕਾਲਖ ਤੋਂ ਰਹਿਤ, ਨੀਲ ਕਹਿੰਦੇ ਨੇ ਕਾਲਖ ਨੂੰ, ਤੇ ਅਨੀਲ ਜੋ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ। ਨਿਰੰਜਨ ਕਹਿ ਲੋ ਜਾਂ ਅਨੀਲ ਕਹਿ ਲੋ, ਅਰਥ ਬਰਾਬਰੀ ਚੱਲਣੇ ਨੇ। ਜਿਹੜਾ ਥਾਪਿਆ ਨਾ ਜਾਏ ਉਹ ਨਿਰੰਜਨ ਹੈ, ਜਿਹੜਾ ਕੀਤਾ ਨਾ ਹੋਏ ਉਹ ਅਨੀਲ ਵਾ। ਆਦ ਸਭ ਦਾ ਮੁੱਢ ਹੈ, ਉਸ ਤੋਂ ਬਿਨਾਂ ਕੁਛ ਵੀ ਨਹੀਂ ਹੈ। ਇਹ ਸੰਸਾਰ ਉਸੇ ਦੀ ਛਾਇਆ ਵਾ। ਆਪੇ ਨੇ ਆਪ ਸਾਜਿਓ, ਆਪੇ ਨੇ ਰਚਿਓ ਨਾ, ਦੋਈ ਕੁਦਰਤ ਸਾਜੀ ਹੋਈ। ਇਹ ਸਾਜਣਾ ਉਸ ਦੀ, ਸਾਜਣਹਾਰ ਉਹ ਆ, ਤੇ ਜਿਹੜਾ ਸਾਜਣਹਾਰ ਵਾ ਉਹਨੂੰ ਤੁਸੀਂ ਸਾਜ ਨਹੀਂ ਥਾਪਦੇ, ਉਹਨੂੰ ਤੁਸੀਂ ਥਾਪ ਨਹੀਂ ਸਕਦੇ। ਆਦ ਅਨੀਲ ਅਨਾਦ, ਜਿਹਦਾ ਕਿਸੇ ਨੇ ਅੰਤ ਨਹੀਂ ਪਾਇਆ। ਵੱਡੇ ਵੱਡੇ ਮੁਨ ਦੇਵਤੇ ਤਿੰਨੀ ਤੇਰਾ ਅੰਤ ਨਾ ਪਾਇਆ, ਕਿਸੇ ਨੇ ਅੰਤ ਨਹੀਂ ਪਾਇਆ ਰੱਬ ਦਾ। ਆਦ ਅਨੀਲ ਅਨਾਦ ਅਨਾਹਤ। ਤੁਸੀਂ ਤੇ ਸਿੰਗੀਆਂ ਪੈ ਵਜਾਉਂਦੇ ਹੋ, 2 ਮਿੰਟ ਵਜਾ ਕੇ ਸਿੰਗੀ, ਤੇ ਪਤਾ ਨਹੀਂ ਤੁਸੀਂ ਕੀ ਮਹਿਸੂਸ ਕਰਦੇ ਪਏ, ਅਸੀਂ ਨਾਦ ਵਜਾ ਦਿੱਤਾ। ਸਾਹਿਬ ਕਹਿੰਦੇ ਅਨਾਹਤ, ਉਹਦਾ ਹੁਕਮ ਰੂਪੀ ਨਾਦ ਇੱਕ ਰਸ ਵੱਜ ਰਿਹਾ ਏ। ਜੋ ਆਦ ਅਨੀਲ ਵਾ ਉਹ ਕਾਲਖ ਤੋਂ ਰਹਿਤ ਆ। ਆਦ ਅਨੀਲ ਅਨਾਦ ਅਨਾਹਤ। ਤੁਸੀਂ ਤੇ ਉਹ ਸਾਜ਼ ਵਜਾਉਂਦੇ ਜਿਹੜੇ ਹੱਥਾਂ ਨਾਲ ਵਜਾਉਣੇ ਪੈਂਦੇ ਨੇ, ਫੂਕ ਮਾਰੋ ਤਾਂ ਸਾਜ਼ ਵੱਜਦੇ, ਉਹਨੂੰ ਕਹਿੰਦੇ ਆਹਤ। ਆਹਤ ਕਰਨਾ, ਵਜਾਉਣਾ। ਕਹਿੰਦੇ ਰੱਬ ਦਾ ਜਿਹੜਾ ਹੁਕਮ ਰੂਪੀ ਸਾਜ਼ ਆ, ਅਨਾਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ। ਦੁਨੀਆ ਤੇ ਵੇਸ਼ ਬਦਲਦੇ ਨੇ, ਦੁਨੀਆ ਤੇ ਭੇਸ਼ ਬਦਲਦੇ ਨੇ, ਦੁਨੀਆ ਤੇ ਧਰਮ ਬਦਲਦੇ ਨੇ, ਬੜਾ ਕੁਛ ਦੁਨੀਆ ਤੇ ਰੋਜ਼ ਬਦਲਦਾ ਹੈ, ਪਰ ਉਹ ਨਹੀਂ ਬਦਲਿਆ। ਜੁਗ ਜੁਗ ਇੱਕੋ ਵੇਸ। ਉਹਨੇ ਆਪਣਾ ਅਸੂਲ ਨਹੀਂ ਬਦਲਿਆ, ਬੰਦੇ ਅਸੂਲ ਬਦਲ ਲੈਂਦੇ ਨੇ। ਬੰਦੇ ਮਜ਼ਹਬ ਧਰਮ ਬਦਲ ਲੈਂਦੇ ਨੇ, ਬੰਦੇ ਪਾਰਟੀਆਂ ਬਦਲ ਲੈਂਦੇ ਨੇ, ਬੰਦੇ ਪਰਿਵਾਰ ਬਦਲ ਲੈਂਦੇ ਨੇ, ਬੰਦੇ ਯਾਰ ਬਦਲ ਲੈਂਦੇ ਨੇ, ਬੰਦੇ ਬੜਾ ਕੁਝ ਬਦਲਦੇ ਨੇ। ਜੇ ਨਹੀਂ ਬਦਲਦਾ ਤੋ ਜੁਗ ਜੁਗ ਇੱਕੋ ਵੇਸ। ਉਹ ਨਹੀਂ ਬਦਲਦਾ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਉਹਨੇ ਅਜੇ ਤੱਕ ਆਪਣੇ ਆਪ ਨੂੰ ਬਦਲਿਆ ਨਹੀਂ ਹੈ, ਤੇ ਨਾ ਉਹਨੇ ਬਦਲਣਾ ਵਾ। ਤੇ ਮਾਰੇ ਕਹਿੰਦੇ ਫਿਰ ਅਸੀਂ ਜੋਗੀ ਆ, ਅਸੀਂ ਉਸ ਨੂੰ ਮੰਨਦੇ ਆ। ਭੁਗਤ ਗਿਆਨ ਸਾਡੇ ਕੋਲ ਗਿਆਨ ਦਾ ਚੂਰਮ ਆ, ਦਇਆ ਭੰਡਾਰਨ ਅਸੀਂ, ਸਾਡੇ ਕੋਲ ਕੜਛੀ ਕਿਹੜੀ ਆ, ਦਇਆ ਵਾ। ਅਸੀਂ ਸੜਕਾਂ ਤੇ ਲਾ ਕੇ ਲੰਗਰ ਨਹੀਂ ਵੰਡਦੇ, ਅਸੀਂ ਗਿਆਨ ਵੰਡਦੇ ਆ। ਭੁਗਤ ਮੈਨੇ ਗਿਆਨ, ਭੁਗਤ ਗਿਆਨ, ਭੁਗਤ ਮੈਨੇ ਖਾਣ ਵਾਲੀ ਚੀਜ਼, ਚੂਰਮਾ। ਜਿੱਦਾਂ
ਬਈਆਂ ਰੋਟੀਆਂ ਨੂੰ, ਪੁਰਾਣੇ ਸਮੇਂ ਮੱਕੀ ਦੀਆਂ ਬਈਆਂ ਰੋਟੀਆਂ ਹੁੰਦੀਆਂ ਸੀ ਤੇ ਉਹਨੂੰ ਗਰਮ ਕਰਕੇ ਘਿਓ ਪਾ ਕੇ ਤੇ ਕੁੱਟ ਲੈਣਾ, ਉਹਨੂੰ ਕਹਿੰਦੇ ਚੂਰਮਾ ਬਣਾਉਣਾ ਹੈ। ਸਾਹਿਬ ਕਹਿੰਦੇ ਸਾਡੇ ਕੋਲ ਚੂਰਮਾ ਹੈ, ਰੋਟੀਆਂ ਦਾ ਨਹੀਂ, ਗੁੜ ਦਾ ਨਹੀਂ, ਗਿਆਨ ਦਾ ਚੂਰਮਾ ਸਾਡੇ ਕੋਲ ਹੈ। ਭੁਗਤ ਗਿਆਨ ਦਇਆ ਭੰਡਾਰਨ, ਤੇ ਵੰਡੇਗਾ ਉਹ ਬੰਦਾ ਜਿਦ ਕੋ ਦਇਆ ਹੋਵੇ। ਧੌਲ ਧਰਮ ਦਇਆ ਕਾ ਪੂਤ, ਧਰਮ ਉਦ ਕੋ ਹੋਏਗਾ ਜਿਦ ਕੋ ਮਾਂ ਵਾ, ਮਾਂ ਦਇਆ ਵਾ। ਤੀਰਥ ਤਪ ਦਇਆ ਦਤ ਦਾਨ। ਮੈਂ ਕਹਿ ਰਿਹਾ 3 ਵਾਰੀ ਦਇਆ ਸ਼ਬਦ ਜਪਜੀ ਸਾਹਿਬ ਚ ਆਇਆ ਹੈ। ਤੇ ਮਾਰ ਕਹਿੰਦੇ ਹੁਣ ਸਮਾਂ ਹੋ ਗਿਆ, ਫਿਰ ਆਪਾਂ ਕੱਲ ਨੂੰ ਇਸ ਪੌੜੀ ਦੀ ਵਿਆਖਿਆ ਕਰ ਲਾਂਗੇ। ਹੁਣ ਮੈਂ ਕਰੀ ਉਦਾਂ ਅੱਖਰੀ ਤੁਹਾਨੂੰ ਸੁਣਾ ਦਿੰਦਾ। ਭੁਗਤ ਖੁਰਾਕ ਤੁਹਾਡੀ ਕੀ ਆ? ਗਿਆਨ। ਤੇ ਦਾਨੀ ਕੌਣ ਹੁੰਦਾ ਏ? ਦਇਆ ਭੰਡਾਰਨ, ਦਇਆਵਾਨ ਵੰਡਦਾ ਏ, ਦਇਆ ਭੰਡਾਰਨ। ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੇ ਨਾਦ। ਤੁਸੀਂ ਬਾਹਰ ਨਾਦ ਵਜਾਉਂਦੇ ਹੋ, ਹਿਰਦੇ ਵਿੱਚੋਂ ਰੱਬ ਦੇ ਨਾਮ ਨੂੰ ਸੁਣਨਾ ਇਹ ਸਾਡਾ ਨਾਦ ਹੈ। ਘਟ ਘਟ ਵਾਜੇ ਨਾਦ। ਆਪ ਨਾਥ ਨਾਥੀ ਸਭ ਜਾਂਗੀ। ਤੁਸੀਂ ਕੰਨ 'ਚ ਮੁੰਦਰਾਂ ਪਾ ਕੇ ਤੇ ਨਾਥ ਬਣ ਕੇ ਬੈਠੇ ਹੋਏ ਹੋ। ਨਾਥ ਤੇ ਰੱਬ ਵਾ। ਬਾਬੇ ਦੀ ਹੁਣ ਕਿਹੜਾ ਝੱਲੇ ਇਸ ਗੁਰੂ ਕੀ ਝਾਲਾ। ਗੁਰੂ ਅੱਗੇ ਕੌਣ ਟਿਕ ਸਕਦਾ? ਗੁਰੂ ਦੇ ਕੋਲ ਤੇ ਗਿਆਨ ਦਾ ਸਾਗਰ ਹੈ। ਉਹ ਤੇ ਰੋੜ ਕੇ ਲੈ ਜਾਂਦਾ ਇਹੋ ਜਿਹੀਆਂ ਨਦੀਆਂ ਨਾਲਿਆਂ ਨੂੰ, ਸਿੱਧਾ ਸੁੱਧਾ ਨੂੰ। ਤਾਂ ਉਹ ਤੇ ਇਹੋ ਜਿਹੀਆਂ ਸਿੱਧਾ ਜੋਗੀਆਂ ਨੂੰ ਕੰਨੋਂ ਫੜ ਕੇ ਘੁਮਾ ਦਿੰਦਾ ਜਿਦ ਕੋ ਗਿਆਨ ਦਾ ਸਾਗਰ ਹੈ। ਤੇ ਸਿੱਖ ਨੂੰ ਕੱਖ ਨਹੀਂ ਪਤਾ ਅੱਜ ਗਿਆਨ ਦਾ। ਇਹ ਦੂਜੇ ਵਹਿਣਾ ਚ ਰੁੜ ਜਾਂਦਾ ਹੈ। ਸੰਗ ਆਪ ਨਾਥ, ਤੁਸੀਂ ਨਾਥ ਬਣ ਕੇ ਬਹਿ ਗਏ ਧਰਤੀ ਉੱਤੇ। ਉਹ ਨਾਥ ਤੇ ਉਹ ਵਾ। ਨਾਥ ਦਾ ਮਤਲਬ ਹੁੰਦਾ ਮਾਲਕ। ਆਪ ਨਾਥ ਨਾਥੀ ਸਭ ਜਾਂ ਕੀ। ਉਹਨੇ ਸਾਰੀ ਸ੍ਰਿਸ਼ਟੀ ਨੂੰ ਨੱਥਿਆ ਹੋਇਆ ਆਪਣੇ ਹੁਕਮ ਵਿੱਚ। ਆਖਾਂ ਕੋਈ ਰੁੱਤ ਉਹਦੇ ਹੁਕਮ ਤੋਂ ਬਿਨਾਂ ਅੱਗੇ ਪਿੱਛੇ ਆ ਜਾਵੇ। ਆਖਾਂ ਉਹਦੇ ਹੁਕਮ ਤੋਂ ਬਿਨਾਂ ਕਿਤੇ ਬੱਦਲ ਆ ਜਾਵੇ। ਆਖਾਂ ਉਹਦੇ ਹੁਕਮ ਤੋਂ ਬਿਨਾਂ ਕੋਈ ਬਸੰਤ ਬਹਾਰ ਆ ਜਾਵੇ। ਆਖਾਂ ਉਹਦੇ ਹੁਕਮ ਤੋਂ ਬਿਨਾਂ ਸੱਪ ਸ਼ੇਰ ਕਦੀ ਘਾਹ ਖਾ ਲਵੇ। ਸ਼ੇਰ ਨੂੰ ਵੀ ਨੱਥਿਆ ਉਹਨੇ, ਗਊ ਨੂੰ ਵੀ ਨੱਥਿਆ ਵਾ। ਗਊ ਮਾਸ ਨਹੀਂ ਖਾ ਸਕਦੀ। ਆਪ ਨਾਥ ਨਾਥੀ ਸਭ ਵਿਚਾਰ ਕਰਾਂਗੇ। ਹੁਣ ਸਮਾਂ ਹੋ ਗਿਆ, ਫਿਰ ਅੱਗੇ ਹੀ ਕਹਿੰਦੇ ਤੁਸੀਂ ਕਥਾ ਬੜੀ ਲੰਮੀ ਕਰ ਦਿੰਦੇ ਹੋ। ਰੱਬ ਖੈਰ ਕਰੇ। ਇਹ ਫਿਰ ਮਹਾਰਾਜ ਇਹ ਜਿਹੜੀਆਂ 7 ਪੌੜੀਆਂ ਜਪਜੀ ਸਾਹਿਬ ਦੀਆਂ ਨੇ, ਇਹ ਜੋਗੀਆਂ ਦੇ ਨਾਲ ਚਰਚਾ ਹੈ। ਤੇ ਆਪਾਂ ਉਹ ਉਸੇ ਵਿਸ਼ੇ ਨੂੰ ਛੇੜਿਆ ਹੋਇਆ। ਫਿਰ ਆਪਾਂ ਇੱਕ ਨਵਾਂ ਵਿਸ਼ਾ ਛੇੜਾਂਗੇ। 4 ਪੌੜੀਆਂ ਸੁਣਤੇ ਨੇ, 4 ਪੌੜੀਆਂ ਮੰਨਣ ਤੇ ਆਉਂਦੀਆਂ ਨੇ। ਤੇ ਬਹੁਤ ਵੱਡਾ ਗਿਆਨ ਹੈ ਜਪਜੀ ਸਾਹਿਬ, ਪਰ ਇਹਨੂੰ ਸਮਝਣ ਲੱਗਿਆ ਬੜਾ ਸਮਾਂ ਲੱਗਦਾ ਹੈ। ਹਾਰੀ ਸਾਰੀ ਜਪਜੀ ਸਾਹਿਬ ਦੀ ਕਥਾ ਸਮਝ ਨਹੀਂ ਸਕਦਾ। ਤੇ ਜਿਹੜੀ ਅੱਜ ਤੱਕ ਨੈਟ ਤੇ ਆਪਾਂ ਸੁਣੀ ਆ ਜਾਂ ਪੜ੍ਹੀ ਆ, ਉਹਦੀ ਮੈਨੂੰ ਵੀ ਸਮਝ ਨਹੀਂ ਲੱਗੀ। ਤੇ ਅਸੀਂ ਬੜੇ ਸਰਲ ਤਰੀਕੇ ਦੇ ਨਾਲ ਤੇ ਬੜੀ ਸੌਖੀ ਭਾਸ਼ਾ ਦੇ ਨਾਲ ਤੇ ਖੁੱਲ੍ਹ ਕੇ ਵਿਆਖਿਆ ਕਰਨ ਦੇ ਆ। ਕੋਈ ਪ੍ਰੈਸ਼ਰ ਨਹੀਂ ਗਾ। ਸਮੇਂ ਦਾ ਵੀ ਖਤਰਾ ਨਹੀਂ ਕਿ ਪ੍ਰਧਾਨ ਹੋਣੀ ਕਹਿ ਦੇਣਗੇ ਤੂੰ ਆਹ ਗੱਲ ਨਹੀਂ ਕਹਿਣੀ, ਇਹ ਵੀ ਖਤਰਾ ਨਹੀਂ ਹੈ। ਗੁਰਦੁਆਰਿਆਂ 'ਚ ਗੱਲਾਂ ਤਾਂ ਸਾਨੂੰ ਕਹਿਣ ਨਹੀਂ ਦਿੰਦੇ ਜਿਹੜੀਆਂ ਕਹਿਣੀਆਂ। ਜਿਹੜੀ ਮੰਜੀ ਹਾਲ ਤੋਂ ਕਥਾ ਹੋਣੀ ਚਾਹੀਦੀ ਉਹ ਕਰ ਨਹੀਂ ਦਿੰਦੇ। ਤਾਂ ਹੀ ਤਾਂ ਸਾਡੀ ਕੌਮ ਬਰਬਾਦੀ ਦੇ ਰਾਹ ਤੁਰੀ ਹੋਈ ਹੈ। ਜੇ ਲੋਕਾਂ ਨੂੰ ਰੋਕਿਆ ਜਾਵੇ ਵੀ ਜਿਹੜੇ ਲੰਗਰ ਦੇ ਨਾਂ ਤੇ ਗਰਾਹੀਆਂ ਕਰਦੇ, ਗਰਾਹੀਆਂ ਨਾ ਦਿਓ ਇਹਨਾਂ ਨੂੰ, ਲੋੜ ਨਹੀਂ ਹੈ ਲੰਗਰ ਲਾਉਣ ਦੀ। ਕਿਉਂ ਗਰਾਹੀਆਂ ਦਿੰਦੇ ਹੋ ਲੰਗਰ ਦੇ ਨਾਂ ਤੇ ਤੁਸੀਂ? ਜੇ ਉੱਥੋਂ ਗੱਲ ਹੋਵੇ ਇਹ ਗੱਲ ਉੱਥੋਂ ਹੋਵੇ। ਦਰਬਾਰ ਸਾਹਿਬ ਪੰਡਾਂ ਦੀਆਂ ਪੰਡਾਂ ਰਮਾਲੇ ਬੰਨ ਕੇ ਸੁੱਟੀ ਜਾਂਦੇ ਨੇ। ਕਿੰਨਾ ਕੌਮ ਦਾ ਪੈਸਾ ਬਰਬਾਦ ਹੋ ਰਿਹਾ। ਤੇ ਕਿਉਂ ਨਹੀਂ ਰੋਕਦੇ ਵੀ ਇੱਥੇ ਰਮਾਲਾ ਚਾੜਨਾ ਨਹੀਂ ਚਾਹੀਦਾ, ਉੱਥੇ ਬੰਦ ਕੀਤਾ ਜਾਵੇ। ਰਮਾਲਾ ਇੱਥੇ ਚੜ੍ਹਦਾ ਹੀ ਨਹੀਂ ਗਾ। ਤੇ ਅੱਜ ਤੇ ਸੰਦੇਸ਼ 1 ਮਿੰਟ ਰਾਹੀਂ ਸਾਰੀ ਦੁਨੀਆ ਨੂੰ ਦਿੱਤਾ ਜਾ ਸਕਦਾ ਹੈ। ਇਹ ਦਰਬਾਰ ਸਾਹਿਬ ਰਮਾਲਿਆਂ ਦੀ ਲੋੜ ਨਹੀਂ ਹੈ। ਤੇ ਨਾ ਪੈਸੇ ਬਰਬਾਦ ਕਰੋ ਤੇ ਨਾ ਲੈ ਕੇ ਜਾਓ। ਇਹ ਕਹਿਣਾ ਚਾਹੀਦਾ ਉਹਨਾਂ ਨੂੰ। ਪਰ ਉਹ ਤੁਹਾਡੀ ਨਾਰਾਜ਼ਗੀ ਝੱਲਣਾ ਨਹੀਂ ਚਾਹੁੰਦੇ। ਕਹਿੰਦੇ ਜਿੱਧਰ ਨੂੰ ਕੋਈ ਜਾਂਦਾ ਜਾਣ ਦਿਓ, ਮੌਜਾਂ ਕਰੋ, ਖਾਓ ਪੀਓ, ਪੈਸਾ ਖੁੱਲ੍ਹਾ ਡਿੱਗਣ ਦਿਆ, ਇੱਥੇ ਮੌਜਾਂ ਕਰੋ। ਲਿਫਾਫਾ ਲੈ ਕੇ ਕਥਾ ਕਰਕੇ ਅਸੀਂ ਘਰ ਨੂੰ ਤੁਰ ਜਾਣਾ, ਮੌਜਾਂ ਕਰਨੀਆਂ। ਲੁਧਿਆਣੇ ਪਲਾਟ ਖਰੀਦ ਲੈਣਾ। ਤੁਸੀਂ ਲਾਓ ਸੜਕਾਂ 'ਤੇ ਲੰਗਰ, ਹੋ ਬਰਬਾਦ। ਅਸੀਂ ਤੇ ਪਲਾਟ ਖਰੀਦ ਲਏ ਕਥਾ ਕਰਕੇ।
ਵੇਖ ਲਓ ਲੁਧਿਆਣੇ ਜਾ ਕੇ ਕਿੰਨੇ ਗਿਆਨੀਆਂ ਨੇ ਪਲਾਟ ਖਰੀਦੇ ਹੋਏ ਨੇ ਤੇ ਕਿੰਨੇ ਖਰੀਦਣ ਦਏ ਨੇ, ਤੇ ਤੁਸੀਂ ਉਹ ਬਰਬਾਦ ਸੜਕਾਂ ਤੇ ਲੰਗਰ ਲਾ ਕੇ ਉਹਨਾਂ ਨੂੰ ਕੀ ਆ। ਆਂਦੇ ਕੋਈ ਜੀਵੇ ਕੋਈ ਮਰੇ ਕੋਈ ਜੀਵੇ, ਖੁਸਰਾ ਘੋਲ ਪਿਆਸੇ ਪੀਵੇ। ਖੁਸਰਿਆਂ ਤੇ ਪਤਾਸੇ ਪੀਤੇ ਹੋਏ ਨੇ, ਮੌਜਾਂ ਕਰਨ ਦੇ ਨੇ, ਤੁਸੀਂ ਉਹ ਬਰਬਾਦ ਨੌਜਵਾਨੀ ਨੂੰ ਕਰੋ ਬਰਬਾਦ ਸੜਕਾਂ ਦੇ ਉੱਤੇ ਲੰਗਰ ਲਾ ਕੇ। ਜਿੰਨਾ ਕਰ ਸਕਦੇ ਹੋ ਕਰ ਲਓ ਬਰਬਾਦ ਆਪਣੀ ਨੌਜਵਾਨ ਪੀੜ੍ਹੀ ਨੂੰ। ਰੱਬ ਖੈਰ ਕਰੇ। ਇਹ ਗੱਲਾਂ ਦੁਖਦਾਈ ਨੇ, ਕੋਈ ਈਰਖਾ ਨਹੀਂ ਹੈ ਭਾਈ। ਕੱਲ੍ਹ ਨੂੰ ਫੇਰ ਥੋੜ੍ਹੀਆਂ ਬਹੁਤੀਆਂ ਕਰ ਲਾਂਗੇ ਜੀ, ਕੱਲ੍ਹ ਦਿਹਾੜੀ ਮੇਲਾ ਚੱਲਣਾ ਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਸੁਣਨ ਵਾਲਿਆਂ ਦਾ ਸਭ ਧੰਨਵਾਦ। ਸੰਗਤਾਂ ਥੋੜ੍ਹੀ ਬਹੁਤੀਆਂ ਹੁਣ ਸੁਣਦੀਆਂ ਭਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।